ਜੀਸਸ ਜੀਸਸ। ਪ੍ਰਭੂ ਯਿਸੂ ਨਾਸੀ ਦੇ ਪਵਿੱਤਰ ਨਾਮ ਦੇ ਵਿੱਚ ਇਸ ਮਾਧਿਅਮ ਦੇ ਦੁਆਰਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਇਕੱਤਰਿਤ ਹੋਏ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਜਦੋਂ ਆਪਾਂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਇਕੱਤਰਿਤ ਹਾਂ, ਪ੍ਰਭੂ ਦੇ ਬਚਨਾਂ ਨੂੰ ਸਿੱਖਣਾ ਹੈ। ਆਪਾਂ ਪ੍ਰਭੂ ਦਾ ਵਚਨ ਕੇਵਲ ਪ੍ਰਭੂ ਦਾ ਆਤਮਾ ਹੀ ਸਾਨੂੰ ਸਿਖਾ ਸਕਦਾ ਹੈ, ਕਿਉਂਕਿ ਬਹੁਤ ਵਾਰੀ ਜੋ ਪਰਮੇਸ਼ਰ ਦੇ ਵਚਨ ਨੂੰ ਭਾਵੇਂ ਬਾਈਬਲ ਨੂੰ ਹੀ ਪੜ੍ਹਦੇ ਹਨ, ਬਾਈਬਲ ਨੂੰ ਲੈ ਕੇ ਇੱਦਾਂ ਦੇ ਸਵਾਲ ਖੜੇ ਕਰਦੇ ਹਨ ਜਿਹੜੇ ਬੰਦੇ ਦੇ ਜ਼ਿਹਨ ਦੇ ਵਿੱਚ ਨਹੀਂ ਸਮਾਉਂਦੇ ਔਰ ਬੰਦੇ ਨੂੰ ਸਮਝ ਨਹੀਂ ਲੱਗਦੇ, ਔਰ ਬੰਦਾ ਉਹਨਾਂ ਸਵਾਲਾਂ ਨੂੰ ਲੈ ਕੇ ਹੀ ਆਪਣੇ ਵਿਸ਼ਵਾਸ ਦੀ ਖਰਾਬੀ 'ਚ ਪਿਆ ਰਹਿੰਦਾ ਹੈ। ਪਰ ਅੱਜ ਜਦੋਂ ਆਪਾਂ ਇਸ ਮਾਧਿਅਮ ਦੁਆਰਾ ਪਰਮੇਸ਼ਰ ਦੇ ਬਚਨਾਂ ਨੂੰ ਸਿੱਖਣ ਦੇ ਲਈ ਹਾਂ, ਜੇ ਪਰਮੇਸ਼ਰ ਦਾ ਰੂਹ ਨਾ ਸਿਖਾਇਆ ਅਸੀਂ ਸਿੱਖ ਨਹੀਂ ਸਕਦੇ। ਪ੍ਰਭੂ ਯਿਸੂ ਨੇ ਕਿਹਾ ਜੇ ਪਿਤਾ ਕਿਸੇ ਨੂੰ ਨਾ ਖਿੱਚੇ ਕੋਈ ਮੇਰੇ ਵੱਲ ਆ ਨਹੀਂ ਸਕਦਾ। ਔਰ ਉਹ ਕਿਹਨਾਂ ਨੂੰ ਖਿੱਚਦਾ ਹੈ, ਕਿਹਨਾਂ ਨੂੰ ਸਿਖਾਉਂਦਾ ਹੈ? ਜਿਹੜੇ ਅੰਦਰ ਤੜਫ ਰੱਖਦੇ ਹਨ, ਭੁੱਖ ਰੱਖਦੇ ਹਨ, ਪਿਆਸ ਰੱਖਦੇ ਹਨ। ਕਿਉਂਕਿ ਪ੍ਰਭੂ ਯਿਸੂ ਨੇ ਕਿਹਾ ਤੁਹਾਨੂੰ ਜਿਹੜੇ ਧਰਮ ਦੇ ਭੁੱਖੇ ਔਰ ਰਜ਼ਾਏ ਜਾਣਗੇ। ਪ੍ਰਭੂ ਯਿਸੂ ਨੇ ਕਿਹਾ ਜੇ ਕੋਈ ਪਿਆਸਾ ਹੋਵੇ, ਧਿਆਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਅੰਮ੍ਰਿਤ ਜਲ ਮੁਫਤ ਲਵੇ। ਜਿਹੜਾ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਹਿਣੀਆਂ ਸ਼ੁਰੂ ਹੋ ਜਾਏਗੀਆਂ। ਅੱਜ ਜਦੋਂ ਆਪਾਂ ਪ੍ਰਭੂ ਦੀ ਹਜ਼ੂਰੀ ਵਿੱਚ ਇਸ ਗੱਲ ਨੂੰ ਸਮਝ ਲਓ ਕਿ ਉਹ ਤੋਂ ਬਿਨਾਂ ਅਸੀਂ ਸਿੱਖ ਨਹੀਂ ਸਕਦੇ। ਔਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਉਹ ਕਿਹਨਾਂ ਨੂੰ ਸਿਖਾਉਂਦਾ ਹੈ? ਜਿਹੜੇ ਸਿੱਖਣਾ ਚਾਹੁੰਦੇ ਹਨ, ਜਿਨ੍ਹਾਂ ਅੰਦਰ ਭੁੱਖ ਪਿਆਸ ਤੜਫ ਲਗਨ ਹੁੰਦੀ ਹੈ, ਜਿਹੜੇ ਜਿਗਿਆਸੂ ਹੁੰਦੇ ਹਨ। ਜਿਹੜੇ ਜਿਗਿਆਸੂ ਹੁੰਦੇ ਹਨ ਉਹ ਸਿੱਖਦੇ ਹਨ, ਭਾਵੇਂ ਉਹਨਾਂ ਨੂੰ ਕਿੰਨਾ ਲੰਬਾ ਸਮਾਂ ਬੈਠਣਾ ਪਵੇ, ਕਿੰਨਾ ਲੰਬਾ ਸਮਾਂ ਸੁਣਨਾ ਪਵੇ, ਕਿੰਨਾ ਲੰਬਾ ਸਮਾਂ ਪੜ੍ਹਨਾ ਪਵੇ, ਕਿੰਨਾ ਟਾਈਮ ਲੱਗੇ, ਪਰ ਜਿਗਿਆਸਾ ਹੈ ਇਸ ਲਈ ਉਹ ਸਿੱਖਦੇ ਹਨ। ਜਿਹਦੇ ਅੰਦਰ ਜਿਗਿਆਸਾ ਨਹੀਂ ਹੈ ਉਹ ਥੋੜ੍ਹੀ ਜਿਹੀ ਮਿਹਨਤ ਕਰਨ ਦੇ ਲਈ ਤਿਆਰ ਨਹੀਂ ਹੈ, ਥੋੜ੍ਹਾ ਜਿਹਾ ਵੀ ਜੋਖਮ ਉਠਾਉਣ ਲਈ ਤਿਆਰ ਨਹੀਂ ਹੈ। ਇਸ ਲਈ ਜਿਗਿਆਸੂ ਬਣੋ ਔਰ ਖੁਦਾਵੰਦ ਦੀ ਰੂਹ ਦੇ ਅੱਗੇ ਯਿਸੂ ਦੇ ਨਾਮ ਵਿੱਚ ਆਪਣੇ ਆਪ ਨੂੰ ਅਰਪਿਤ ਕਰੀਏ, ਤਾਂ ਕਿ ਪਵਿੱਤਰ ਆਤਮਾ ਅੱਜ ਸਾਨੂੰ ਸਿਖਾਏ ਔਰ ਅਸੀਂ ਸਾਰੇ ਸਿੱਖੀਏ। ਆਓ ਸਾਰੇ ਪ੍ਰਭੂ ਦੀ ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰਦੇ ਹਾਂ। ਸਾਮਰਥੀ 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 ਪ੍ਰਭੂ, ਤੇਰਾ ਵਚਨ ਦੱਸਦਾ ਹੈ ਜਿਹਨੂੰ ਬੁੱਧ ਦਾ ਘਾਟਾ ਹੋਵੇ ਉਹ ਪਰਮੇਸ਼ਰ ਤੋਂ ਮੰਗੇ ਜਿਹੜਾ ਬਿਨਾਂ ਉਲਾਂਭੇ ਦਿੰਦਾ ਹੈ। ਇਹ ਖੁਦਾਵੰਦ ਤੇਰਾ ਧੰਨਵਾਦ ਆ, ਤੂੰ ਦਿੰਦਾ ਆ। ਅੱਜ ਪ੍ਰਭੂ ਤੇਰੀ ਬੁੱਧ ਮੰਗਦੇ ਹਾਂ, ਤੇਰੀ ਆਤਮਿਕ ਬੁੱਧ ਮੰਗਦੇ ਹਾਂ। ਰੂਹਾਨੀ ਬੁੱਧੀ ਨਾਲ ਭਰ ਦੇ, ਤੇਰੇ ਵਚਨਾਂ ਦੀ ਬੁੱਧ ਨਾਲ ਭਰ ਦੇ, ਤੇਰੇ ਗਹਿਰੇ ਕਲਾਮ ਨਾਲ ਭਰ ਦੇ। ਜ਼ਮੀਨ ਦੀ ਹਰ ਅਸੀਸ ਮਾਨ ਦੀ ਹਰ ਬਰਕਤ ਹੋਵੇ। ਔਰ ਖੁਦਾਵੰਦ ਸਿਖਾ ਤੇਰੀਆਂ ਗੱਲਾਂ ਸਿਖਾ ਪ੍ਰਭੂ, 100% ਸਿਖਾ। ਤੇਥੋਂ ਸਿੱਖਣਾ ਚਾਹੁੰਦੇ ਹਾਂ ਪ੍ਰਭੂ, ਤੇਥੋਂ ਸਿੱਖਣਾ ਚਾਹੁੰਦੇ ਹਾਂ। ਤੂੰ ਸਿਖਾ, 100% ਸਿਖਾ ਖੁਦਾਵੰਦ। ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ। ਇਹ ਸਾਰੀਆਂ ਦੁਆ ਬੇਨਤੀਆਂ ਯਿਸੂ ਨਾਸੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਮੰਗਦੇ ਹਾਂ। ਆਮੀਨ ਆਮੀਨ। ਆਪ ਸਭ ਦਾ ਫਿਰ ਤੋਂ ਸਵਾਗਤ ਕਰਦੇ ਹਾਂ ਯਿਸੂ ਦੇ ਸਾਮਰਥੀ ਨਾਮ ਵਿੱਚ। ਪਿਛਲੇ ਸਮੇਂ ਵਿੱਚ ਅਸੀਂ ਇਸ ਸਬਜੈਕਟ ਦੇ ਉੱਤੇ ਸਿੱਖਿਆ ਯਿਸੂ ਤੋਂ ਸਿੱਖੋ। ਸਿੱਖਣਾ ਕਿਸ ਤੋਂ ਹੈ? ਯਿਸੂ ਤੋਂ ਸਿੱਖਣਾ ਹੈ। ਯਿਸੂ ਕਹਿੰਦੇ ਹਨ ਮੇਰੇ ਤੋਂ ਸਿੱਖੋ। ਯਿਸੂ ਕਹਿੰਦੇ ਹਨ ਮੈਥੋਂ ਸਿੱਖੋ। ਜੋ ਮੱਤੀ 11:29 ਅਸੀਂ ਪੜ੍ਹਿਆ ਸੀਗਾ, ਯਿਸੂ ਕਹਿੰਦੇ ਮੈਥੋਂ ਸਿੱਖੋ। ਪ੍ਰਭੂ ਦਾ ਵਚਨ ਦੱਸਦਾ ਹੈ ਉਹਦਾ ਪਰਮੇਸ਼ਰ ਨੂੰ ਠੀਕ ਠੀਕ ਸਿਖਾਉਂਦਾ ਹੈ। ਔਰ ਪ੍ਰਭੂ ਦਾ ਧੰਨਵਾਦ ਆ ਕਿ ਪ੍ਰਭੂ ਨੇ ਆਪਣੇ ਲੋਕਾਂ ਨਾਲ ਨਵਾਂ ਨੇਮ ਬੰਨ੍ਹਦੇ ਹੋਏ ਯਿਰਮੀਆ 31 ਅਧਿਆਏ ਵਿੱਚ ਜਿਹੜਾ 34-35 ਵਚਨ ਦੇ ਵਿੱਚ ਇਹ ਵਾਚਾ ਬੰਨੀ ਕਿ ਮੈਂ ਆਪਣੀ ਵਿਵਸਥਾ ਆਪਣੀ ਬਾਣੀ ਉਹਨਾਂ ਦੇ ਦਿਲਾਂ 'ਚ ਰੱਖ ਦਊਂਗਾ। ਮੈਂ ਉਹਨਾਂ ਨੂੰ ਸਿਖਾਊਂਗਾ, ਮੈਂ ਉਹਨਾਂ ਦੇ ਅੰਦਰ ਆਪਣੀਆਂ ਗੱਲਾਂ ਪਾ ਦਊਂਗਾ। ਹੁਣ ਅਸੀਂ ਇਸ ਗੱਲ ਨੂੰ ਦੇਖਣਾ ਹੈ, ਜਦੋਂ ਯਿਸੂ ਮਸੀਹ ਨੇ ਕਿਹਾ ਪਵਿੱਤਰ ਆਤਮਾ ਤੁਹਾਨੂੰ ਆਊਗਾ, ਤੁਹਾਨੂੰ ਸਿਖਾਊਗਾ, ਉਹਦਾ ਮਤਲਬ ਕਿ ਪ੍ਰਭੂ ਕਹਿੰਦੇ ਮੇਰੀਆਂ ਗੱਲਾਂ ਤੁਹਾਨੂੰ ਸਿਖਾਊਗਾ। ਇਹ ਪਾਕ ਰੂਹ ਆਇਆ ਹੋਇਆ ਹੈ, ਕਿਹਦੀਆਂ ਗੱਲਾਂ ਸਿਖਾਉਣ ਦੇ ਲਈ ਆਇਆ ਹੈ? ਪ੍ਰਭੂ ਯਿਸੂ ਮਸੀਹ ਦੀਆਂ ਗੱਲਾਂ ਸਾਨੂੰ ਸਿਖਾਉਣ ਦੇ ਲਈ ਆਇਆ ਹੈ, ਹੋਰ ਕੋਈ ਗੱਲਾਂ ਨਹੀਂ, ਪ੍ਰਭੂ ਯਿਸੂ ਦੀਆਂ ਗੱਲਾਂ। ਔਰ ਪ੍ਰਭੂ ਯਿਸੂ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ ਮੈਥੋਂ ਸਿੱਖੋ। ਅੱਜ ਬੜੇ ਸਿੱਖਣ ਦੇ ਤਰੀਕੇ ਹਨ, ਬੜੀਆਂ ਬੁੱਕਸ ਹਨ, ਬੜੇ ਬਾਈਬਲ ਕਾਲਜ ਹਨ, ਬੜੇ ਇੰਸਟੀਚਿਊਟ ਖੁੱਲ੍ਹ ਗਏ ਹਨ, ਬੜੇ ਵੱਡੇ ਉਸਤਾਦ ਹਨ। ਪਰ ਇਹ ਗੱਲ ਬੜੀ ਵੱਡੀ ਹੈ ਜੋ ਯਿਸੂ ਕਹਿੰਦੇ ਹਨ ਮੈਥੋਂ ਸਿੱਖੋ। ਅਗਰ ਤੁਸੀਂ ਸਿਰਫ ਕਿਤਾਬਾਂ ਤੋਂ ਸਿੱਖਿਆ ਹੈ ਔਰ ਮਨੁੱਖਾਂ ਤੋਂ ਸਿੱਖਿਆ ਹੈ, ਤੁਹਾਡਾ ਯਿਸੂ ਨਾਲ ਕੋਈ ਐਕਸਪੀਰੀਅੰਸ ਨਹੀਂ ਹੈ, ਅਗਰ ਤੁਸੀਂ ਉਹ ਤੋਂ ਡਾਇਰੈਕਟਲੀ ਨਹੀਂ ਕੁਝ ਵੀ ਸਿੱਖਿਆ ਤਾਂ ਤੁਸੀਂ ਉਹਦੇ ਬਾਰੇ ਆਪਣੀ ਜ਼ਿੰਦਗੀ ਭ੍ਰਮਿਤ ਰਹੋਗੇ। ਅਗਰ ਕਿਸੇ ਹੋਰ ਉਸਤਾਦ ਨੇ ਆ ਕੇ ਉਸ ਤੋਂ ਗਾਂਹ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਕਹਿਣਾ ਇਹ ਤਾਂ ਗੱਲ ਮੈਨੂੰ ਇਹਨਾਂ ਨੇ ਦੱਸੀ ਨਹੀਂ ਹੈਗੀ, ਇਹ ਤਾਂ ਮੈਨੂੰ ਇਹ ਦੱਸਦੇ ਆ, ਤੁਸੀਂ ਉਹਦੇ ਮਗਰ ਲੱਗ ਜਾਓਗੇ। ਜਿਹੜੇ ਅਜੇ ਤੱਕ ਯਿਸੂ ਮਗਰ ਨਹੀਂ ਲੱਗੇ, ਜਿਨ੍ਹਾਂ ਨੇ ਅਜੇ ਤੱਕ ਯਿਸੂ ਤੋਂ ਨਹੀਂ ਸਿੱਖਿਆ,
ਉਹਨਾਂ ਦਾ ਵਿਸ਼ਵਾਸ ਕਦੇ ਵੀ ਭ੍ਰਮਿਤ ਹੋ ਸਕਦਾ ਹੈ, ਭਾਵੇਂ ਉਹ ਜਿੰਨੀ ਮਰਜ਼ੀ ਸਟੱਡੀ ਕਰਨ ਵਾਲੇ ਵਿਅਕਤੀ ਹੋਣ। ਇੱਕ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਤਾਰੂ ਡੁੱਬਦੇ ਹੁੰਦੇ ਤਾਰੂ, ਜਿਹੜੇ ਤਰਨ ਵਾਲੇ ਡੁੱਬਦੇ ਵੀ ਉਹੀ ਹੈ। ਜਿਹੜੇ ਕਹਿੰਦੇ ਸਾਨੂੰ ਬਹੁਤ ਗਿਆਨ ਆ ਨਾ, ਅਗਿਆਨੀ ਵੀ ਉਹੀ ਬਣਦੇ। ਕਿਉਂ ਅਗਿਆਨੀ ਬਣਦੇ ਆ? ਕਿਉਂਕਿ ਉਹਨਾਂ ਦਾ ਗਿਆਨ ਜਿਹੜਾ ਉਹਨਾਂ ਕੋਲ ਪਹਿਲਾਂ ਹੁੰਦਾ ਉਹਦੇ ਪ੍ਰਤੀ ਉਹ ਭ੍ਰਮਿਤ ਹੋ ਜਾਂਦੇ ਆ, ਔਰ ਦੂਸਰਾ ਗਿਆਨ ਲੈ ਲੈਂਦੇ ਆ, ਉਹਦੇ ਪ੍ਰਤੀ ਭ੍ਰਮਿਤ ਹੋ ਜਾਂਦੇ ਆ, ਫਿਰ ਤੀਸਰਾ ਗਿਆਨ ਲੈ ਲੈਂਦੇ ਆ, ਉਹਦੇ ਪ੍ਰਤੀ ਭ੍ਰਮਿਤ ਹੋ ਜਾਂਦੇ ਆ, ਫਿਰ ਚੌਥਾ ਗਿਆਨ ਲੈ ਲੈਂਦੇ। ਇਸ ਤਰੀਕੇ ਨਾਲ ਗਿਆਨ ਲੈਂਦੇ ਉਹ ਭ੍ਰਮਿਤ ਹੁੰਦੇ ਜਾਂਦੇ। ਅਗਰ ਯੀਸ਼ੂ ਦੇ ਕੋਲੋਂ ਠੀਕ ਗਿਆਨ ਲੈ ਲਓ, ਅਗਰ ਯੀਸ਼ੂ ਕੋਲੋਂ ਸਿੱਖ ਲਓ, ਤਾਂ ਜ਼ਿੰਦਗੀ ਪਰ ਪ੍ਰਕਾਸ਼ਨ ਨਹੀਂ ਬਦਲੂਗਾ। ਜਿਨ੍ਹਾਂ ਦੇ ਪ੍ਰਕਾਸ਼ਨ ਬਦਲ ਜਾਂਦੇ ਆ, ਇਹਦਾ ਮਤਲਬ ਇਹੀ ਆ ਕਿ ਪਹਿਲਾ ਪ੍ਰਕਾਸ਼ਨ ਯੀਸ਼ੂ ਤੋਂ ਨਹੀਂ ਲਿਆ ਸੀ। ਅੱਜ ਗੱਲ ਬੜੀ ਸਪਸ਼ਟ ਹੈ, ਜਿਹਨੇ ਯੀਸ਼ੂ ਤੋਂ ਪ੍ਰਕਾਸ਼ਨ ਪਾਇਆ, ਜਿਹਨੇ ਯੀਸ਼ੂ ਤੋਂ ਪਾਇਆ, ਪੌਲਸ ਕਹਿੰਦਾ ਮੈਂ ਯੀਸ਼ੂ ਤੋਂ ਪਾਇਆ, ਉਹਦਾ ਪ੍ਰਕਾਸ਼ਨ ਨਹੀਂ ਬਦਲਿਆ, ਕਿਉਂਕਿ ਇਹਨੇ ਪ੍ਰਕਾਸ਼ਨ ਯੀਸ਼ੂ ਤੋਂ ਪਾਇਆ ਸੀ। ਉਹ ਕਹਿੰਦਾ ਮੈਂ ਕਿਸੇ ਮਨੁੱਖ ਤੋਂ ਸਿਖਾਇਆ ਨਹੀਂ ਗਿਆ, ਮੈਨੂੰ ਮਨੁੱਖਾਂ ਨੇ ਪ੍ਰਕਾਸ਼ਿਤ ਨਹੀਂ ਕੀਤਾ, ਮੈਨੂੰ ਯੀਸ਼ੂ ਨੇ ਪ੍ਰਕਾਸ਼ਿਤ ਕੀਤਾ, ਮੈਨੂੰ ਯੀਸ਼ੂ ਨੇ ਇਹਨੇ ਤੋਂ ਸੁਜਾਖਿਆ ਕੀਤਾ। ਔਰ ਜਦੋਂ ਇਹ ਤੁਹਾਡੀ ਗਵਾਹੀ ਹੈ, ਜਿੱਦਾਂ ਜਮਾਂਦਰੂ ਅੰਨੇ ਨੂੰ ਯੀਸ਼ੂ ਮਸੀਹ ਨੇ ਠੀਕ ਕੀਤਾ, ਬੜੀ ਮਜਲਿਸ ਦੇ ਵਿੱਚ ਉਹਦੀ ਪੇਸ਼ੀ ਹੋਈ, ਬਾਰ-ਬਾਰ ਪੇਸ਼ੀ ਹੋਈ, ਬਾਰ-ਬਾਰ ਪੁੱਛਿਆ ਤੈਨੂੰ ਕਿਹਨੇ ਠੀਕ ਕੀਤਾ? ਉਹ ਕਹਿੰਦਾ ਮੈਨੂੰ ਯੀਸ਼ੂ ਨੇ ਠੀਕ ਕੀਤਾ, ਮੈਂ ਅੰਨਾ ਸੀ, ਮੈਂ ਦੇਖਦਾ। ਇਹੀ ਮੇਰੀ ਗਵਾਹੀ ਹੈ। ਅੱਜ ਵੀ ਜਦੋਂ ਯੀਸ਼ੂ ਤੁਹਾਡੇ ਅੰਨੇਪਨ ਨੂੰ ਦੂਰ ਕਰੂਗਾ, ਅਗਿਆਨਤਾ ਦਾ ਅੰਧਕਾਰ ਦੂਰ ਕਰੂਗਾ, ਉਸ ਵਕਤ ਬੜੀ ਸਪਸ਼ਟ ਰੂਪ ਵਿੱਚ ਗੱਲ ਹੈ, ਭਾਵੇਂ ਜਿੰਨੀ ਵਾਰੀ ਮਰਜ਼ੀ ਤੁਹਾਨੂੰ ਕੁਐਸਚਨ ਪੁੱਛੇ ਜਾਣ, ਪੁਆਇੰਟ ਆਊਟ ਕੀਤੇ ਜਾਣ, ਪਰ ਇਹ ਗੱਲ ਬੜੀ ਸਪਸ਼ਟ ਹੈ, ਤੁਹਾਡਾ ਪੁਆਇੰਟ ਕਲੀਅਰ ਰਹੇਗਾ, ਤੁਹਾਡੀ ਸਿੱਖਿਆ ਕਲੀਅਰ ਰਹੇਗੀ, ਤੁਹਾਡੀ ਸਿੱਖਿਆ ਨਹੀਂ ਬਦਲੇਗੀ ਅਗਰ ਤੁਸੀਂ ਯੀਸ਼ੂ ਤੋਂ ਸਿੱਖਿਆ ਹੋਵੇ ਤਾਂ। ਪ੍ਰਭੂ ਦੀ ਸਤੁਤੀ ਹੋਵੇ। ਇਸ ਲਈ ਬੜੀ ਕਲੀਅਰ ਹੈ। ਅਗਲੀ ਗੱਲ 'ਚ ਅਸੀਂ ਦੂਸਰੇ ਹਿੱਸੇ ਵਿੱਚ ਵੱਧਦੇ ਹਾਂ। ਯੀਸ਼ੂ ਤੋਂ ਸਿੱਖੋ। ਅਸੀਂ ਕੀ ਸਿੱਖਣਾ ਹੈ ਉਹਦੇ ਤੋਂ? ਉਸ ਤੋਂ ਕੀ ਸਿੱਖਣਾ ਹੈ? ਕੀ ਸਿੱਖਣਾ ਹੈ? ਪਹਿਲਾ ਹਿੱਸਾ ਇਹ ਹੈ ਕਿ ਅਸੀਂ ਉਹਦੇ ਤੋਂ ਉਹਦਾ ਸੁਭਾਅ ਸਿੱਖਣਾ ਹੈ। ਪਹਿਲਾ ਹਿੱਸਾ ਇਹ ਹੈ ਕਿ ਅਸੀਂ ਉਹਦੇ ਤੋਂ ਉਹਦਾ ਸੁਭਾਅ ਸਿੱਖਣਾ ਹੈ। ਸੁਭਾਅ ਜਿਹੜਾ ਫਿਲਿੱਪੀਆਂ ਦੀ ਕਿਤਾਬ ਦਾ ਦੂਸਰਾ ਅਧਿਆਇ ਹੈ, ਜਦੋਂ ਅਸੀਂ ਫਿਲਿੱਪੀਆਂ ਦੀ ਕਿਤਾਬ ਦੂਸਰਾ ਅਧਿਆਇ ਪੜ੍ਹਦੇ ਹਾਂ, ਉਹ ਜਿਹੜਾ ਅਧਿਆਇ ਹੈ ਇਸੇ ਟਾਈਟਲ ਦੇ ਅਧੀਨ ਲਿਖਿਆ ਗਿਆ ਹੈ ਕਿ ਮਸੀਹ ਦਾ ਸੁਭਾਅ ਸਾਡਾ ਆਦਰਸ਼। ਜੋ ਮਸੀਹ ਦਾ ਸੁਭਾਅ ਹੈ ਉਹੀ ਸਾਡਾ ਆਦਰਸ਼ ਹੈ। ਆਦਰਸ਼ ਦਾ ਮਤਲਬ ਉਹੀ ਸਾਡਾ ਮੋਰਲ ਹੈ, ਉਹੀ ਸਾਡਾ ਨਿਸ਼ਾਨਾ ਹੈ, ਉਹੀ ਸਾਡਾ ਦ੍ਰਿਸ਼ਟੀਕੋਣ ਹੈ। ਅਸੀਂ ਉਹਦੇ ਵਰਗੇ ਹੀ ਬਣਨਾ ਚਾਹੁੰਦੇ ਹਾਂ, ਹੋਰ ਕਿਸੇ ਵਰਗੇ ਨਹੀਂ ਬਣਨਾ ਚਾਹੁੰਦੇ, ਉਹਦੇ ਵਰਗੇ ਬਣਨਾ ਚਾਹੁੰਦੇ ਹਾਂ। ਇਸ ਲਈ ਜਦੋਂ ਦੂਸਰਾ ਅਧਿਆਇ ਪੜ੍ਹਦੇ ਹਾਂ, ਉਸ ਦਾ 5ਵਾਂ ਵਚਨ ਦੱਸਦਾ ਹੈ, ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯੀਸ਼ੂ ਦਾ ਵੀ ਸੀ। ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯੀਸ਼ੂ ਦਾ ਵੀ ਸੀ। ਉਹ ਸੁਭਾਅ ਹੋਵੇ ਤੁਹਾਡਾ। ਜੇ ਤੁਹਾਡਾ ਉਹੀ ਸੁਭਾਅ ਹੋਊਗਾ ਜੋ ਯੀਸ਼ੂ ਮਸੀਹ ਦਾ ਸੁਭਾਅ ਸੀ, ਤਾਂ ਫਿਰ ਤੁਸੀਂ ਯੀਸ਼ੂ ਦੇ ਨਾਲ ਠੀਕ ਚੱਲ ਸਕਦੇ ਹੋ। ਲੋਕੀ ਕਹਿਣਗੇ ਹਾਂ ਇਹਨੇ ਯੀਸ਼ੂ ਤੋਂ ਸਿੱਖਿਆ। ਅਗਰ ਤੁਹਾਡੇ ਵਿੱਚ ਯੀਸ਼ੂ ਵਾਲਾ ਸਮਾਨ ਨਹੀਂ ਹੈਗਾ, ਲੋਕੀ ਕਿੱਦਾਂ ਕਹਿ ਦੂਗੇ ਤੁਸੀਂ ਯੀਸ਼ੂ ਦੇ? ਕਿੱਦਾਂ ਉਹ ਜਾਣੂਗੇ ਯੀਸ਼ੂ ਨੂੰ? ਕਿੱਦਾਂ ਜਾਣੂਗੇ? ਦੇਖੋ, ਲੋਕੀ ਤੁਹਾਨੂੰ ਮਿਲਣ ਔਰ ਉਹਨਾਂ ਨੂੰ ਪਤਾ ਲੱਗੇ ਇਹਨਾਂ ਦਾ ਯੀਸ਼ੂ ਮਹਾਨ ਆ, ਕਿਉਂਕਿ ਇਹਨਾਂ ਵਿੱਚ ਵੀ ਉਹਦੇ ਵਾਲੀਆਂ ਵਿਸ਼ੇਸ਼ਤਾਵਾਂ ਆ। ਇਸ ਲਈ ਯੀਸ਼ੂ ਮਸੀਹ ਨੇ ਕਿਹਾ, ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਸੁਰਗੀ ਪਿਤਾ ਦੀ ਵਡਿਆਈ ਕਰਨ। ਅੱਜ ਇਹ ਸ਼ੁਭ ਕਰਮ ਹੀ ਨਹੀਂ ਹੈਗੇ ਤਾਂ ਤੁਹਾਡੇ ਚਾਨਣ ਕਾਹਦਾ ਭਾਈ? ਸ਼ੁਭ ਕਰਮ ਹੀ ਤਾਂ ਚਾਨਣ ਆ। ਜੇ ਸ਼ੁਭ ਕਰਮ ਨਹੀਂ ਹੈਗੇ, ਸ਼ੁਭ ਕੰਮ ਨਹੀਂ ਹੈਗੇ, ਤਾਂ ਚਾਨਣ ਨਹੀਂ ਹੈਗਾ। ਜੇ ਚਾਨਣ ਨਹੀਂ ਹੈਗਾ ਤਾਂ ਹਨੇਰਾ ਆ, ਅਤੇ ਹਨੇਰੇ ਵਾਲਾ ਬੰਦਾ ਕੀ ਕਰ ਸਕਦਾ? ਕੁਛ ਨਹੀਂ ਕਰ ਸਕਦਾ। ਇਸ ਕਰਕੇ ਮਸੀਹ ਦਾ ਸੁਭਾਅ ਜਿਹੜਾ ਉਹ ਸਾਡੇ ਵਿੱਚ ਪਹਿਲੇ ਨੰਬਰ 'ਤੇ ਆਉਣਾ ਜ਼ਰੂਰੀ ਹੈ। ਪ੍ਰਭੂ ਦਾ ਵਚਨ ਕਹਿੰਦਾ, ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯੀਸ਼ੂ ਦਾ ਵੀ ਸੀ। ਤੁਹਾਡਾ ਉਹੀ ਸੁਭਾਅ ਹੋਣਾ ਚਾਹੀਦਾ ਜੋ ਯੀਸ਼ੂ ਮਸੀਹ ਦਾ ਸੁਭਾਅ ਸੀਗਾ। ਬੜੀ ਕਲੀਅਰ ਗੱਲ ਹੈ, ਯੀਸ਼ੂ ਦਾ ਸੁਭਾਅ ਉਹ ਸਾਡੇ 'ਚ ਹੋਣਾ ਜ਼ਰੂਰੀ ਹੈ। ਉਹਦੇ ਸੁਭਾਅ ਵਿੱਚ ਕੀ ਗੱਲ ਸ਼ਾਮਲ ਸੀ ਕਿ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁੱਲ ਹੋਣਾ, ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। ਪਹਿਲੀ ਗੱਲ ਉਹਦੇ ਵਿੱਚ ਇਹ ਸੀ ਕਿ ਉਹ ਪਰਮੇਸ਼ਰ ਦੇ ਤੁੱਲ ਸੀ। ਪਰਮੇਸ਼ਰ ਦੇ ਤੁੱਲ ਸੀ। ਯੂਹੰਨਾ ਦੀ ਇੰਜੀਲ ਦਾ ਪਹਿਲਾ ਅਧਿਆਇ ਪਹਿਲਾ ਵਚਨ ਦੱਸਦਾ, ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ, ਸ਼ਬਦ ਪਰਮੇਸ਼ਰ ਸੀ। ਰਚਨਾ ਵਿੱਚੋਂ ਕੋਈ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ, ਸਾਰੀਆਂ ਵਸਤੂਆਂ ਸ਼ਬਦ ਦੇ ਵਸੀਲੇ ਨਾਲ ਰਚੀਆਂ ਗਈਆਂ। ਔਰ 14ਵਾਂ ਵਚਨ ਦੱਸਦਾ ਹੈ, ਉਸ ਸ਼ਬਦ ਨੇ ਦੇਹ ਧਾਰਨ ਕੀਤੀ ਹੈ, ਔਰ ਉਸ ਸ਼ਬਦ ਦਾ ਨਾਮ ਯੀਸ਼ੂ ਮਸੀਹ ਰੱਖਿਆ ਗਿਆ। ਉਹ ਪਰਮੇਸ਼ਰ ਦੇ ਤੁੱਲ ਸੀ। ਪਰਮੇਸ਼ਰ ਦੇ ਤੁੱਲ, ਜਿਹੜੀ ਇਹ ਗੱਲ ਹੈ, ਜਦੋਂ ਪਰਮੇਸ਼ਰ ਦੇ ਤੁੱਲ ਸੀਗਾ, ਉਹਨੇ ਨਹੀਂ ਸੋਚਿਆ ਕਿ ਮੈਂ ਪਰਮੇਸ਼ਰ ਦੇ ਤੁੱਲ ਹਾਂ, ਮੈਂ ਪਰਮੇਸ਼ਰ ਦੇ ਬਰਾਬਰੀ ਬਣਿਆ ਰਵਾਂ। ਨਹੀਂ,
ਅੱਜ ਮੇਰੇ ਭੈਣ ਭਰਾ ਬੜੀ ਸਪਸ਼ਟ ਗੱਲ ਇਹ ਹੈ, ਯੀਸ਼ੂ ਮਸੀਹ ਤੋਂ ਸਿੱਖੋ ਕਿ ਉਹ ਪਰਮੇਸ਼ਰ ਦੇ ਤੁਲ ਸੀ, ਉਹ ਸ਼ਬਦ ਸੀ, ਉਹ ਪ੍ਰਭੂ ਸੀਗਾ, ਸਭ ਕੁਝ ਸੀਗਾ ਉਹ, ਪਰ ਉਹਨੇ ਉਹ ਬਣਿਆ ਰਹਿਣਾ ਆਪਣੇ ਕਬਜ਼ੇ ਰੱਖਣ ਜੀ ਨਹੀਂ ਸਮਝਿਆ। ਉਹਨੇ ਆਪਣੇ ਉਸ ਅਹੁਦੇ, ਮੁਰਾਤਬੇ, ਸਟੇਟਸ ਨੂੰ ਕਬਜ਼ਾ ਕਰਕੇ ਨਹੀਂ ਰੱਖਿਆ, ਆਪਣੇ ਅੰਦਰ ਕਬਜ਼ਾ ਕਰਕੇ ਨਹੀਂ ਰੱਖਿਆ, ਬਿਲਕੁਲ ਕਬਜ਼ਾ ਕਰਕੇ ਨਹੀਂ ਰੱਖਿਆ। ਕੀ ਹੋਇਆ? ਕੀ ਹੋਇਆ? ਅਗਲੀ ਗੱਲ ਕੀ ਹੈ? ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਉਹਨੇ ਆਪਣੇ ਆਪ ਨੂੰ ਖਾਲੀ ਕਰ ਲਿਆ, ਖਾਲੀ ਖਾਲੀ ਉਹਨੇ ਆਪਣੇ ਆਪ ਨੂੰ ਖਾਲੀ ਕਰ ਲਿਆ। ਖਾਲੀ ਕਰਨ ਤੋਂ ਬਾਅਦ ਕੀ ਬਣ ਗਿਆ? ਦਾਸ। ਦਾਸ, ਜੋ ਉਹਦਾ ਰੂਪ ਸੀਗਾ ਕਿ ਦਾਸ ਦਾ ਰੂਪ ਸੀ, ਮਨੁੱਖ ਬਣਿਆ, ਮਨੁੱਖਾਂ ਦੀ ਸੂਰਤ 'ਚ ਪੈਦਾ ਹੋਇਆ, ਪਰ ਜੋ ਉਹਦਾ ਇਸ ਦੁਨੀਆ ਦੇ ਵਿੱਚ ਸੇਵਕਾਈ ਸੀ, ਇੱਕ ਦਾਸ ਦੀ ਸੇਵਕਾਈ ਸੀ। ਉਹਨੇ ਇਸ ਦੁਨੀਆ ਵਿੱਚ ਇੱਕ ਰਾਜਾ ਵਾਲੀ ਸੇਵਕਾਈ ਨਹੀਂ ਕੀਤੀ। ਉਹ ਰਾਜਾ ਸੀ, ਉਹ ਰਾਜਾ ਹੀ ਰਹੇਗਾ, ਪਰ ਦੁਨੀਆ ਦੇ ਵਿੱਚ ਉਹਨੇ ਰਾਜਿਆਂ ਵਾਂਗੂ ਵਰਤਾਓ ਨਹੀਂ ਕੀਤਾ, ਨਹੀਂ ਕੀਤਾ। ਜੋ ਦੁਨੀਆ 'ਚ ਉਹਦਾ ਵਰਤਾਓ ਸੀਗਾ ਉਹ ਰਾਜਿਆਂ ਵਾਲਾ ਵਰਤਾਓ ਨਹੀਂ ਸੀ, ਰਾਜਿਆਂ ਵਾਂਗੂ ਵਰਤਾਓ ਨਹੀਂ ਸੀ। ਦੁਨੀਆ ਵਿੱਚ ਵਰਤਾਓ ਉਹਦਾ ਬੜਾ ਨੋਰਮਲ ਵਰਤਾਓ ਸੀ, ਬੜਾ ਆਮ ਜਿਹਾ ਵਰਤਾਓ ਸੀ ਉਹਦਾ। ਜਿਹੜਾ ਸੰਸਾਰ ਵਿੱਚ ਉਹਦਾ ਵਰਤਾਓ ਸੀ, ਬੜਾ ਆਮ ਜਿਹਾ ਵਰਤਾਓ ਸੀ। ਅੱਜ ਤੁਸੀਂ ਇਸ ਗੱਲ ਨੂੰ ਦੇਖੋ, ਜਿਹੜਾ ਉਹ ਵਰਤਾਓ ਸੀ ਇਸ ਸੰਸਾਰ ਦੇ ਅੰਦਰ ਯੀਸ਼ੂ ਮਸੀਹ ਦਾ, ਉਹ ਬੜਾ ਨੋਰਮਲ, ਬੜਾ ਆਮ ਵਰਤਾਓ ਸੀ। ਉਹ ਰਾਜਿਆਂ ਵਾਂਗੂ ਇਸ ਦੁਨੀਆ ਵਿੱਚ ਨਹੀਂ ਵਿਚਰਿਆ, ਉਹ ਰਾਜਾ ਸੀ। ਉਹਨੇ ਪਿਲਾਤੁਸ ਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ, ਜਦੋਂ ਉਹਨੇ ਪੁੱਛਿਆ ਤੂੰ ਰਾਜਾ ਹੀ ਆ? ਉਹ ਕਹਿੰਦਾ ਹਾਂ, ਮੈਂ ਪਾਤਸ਼ਾਹ ਹੀ ਹਾਂ। ਉਹਨੇ ਕਿਹਾ, ਮੰਨਿਆ ਇਸ ਗੱਲ ਨੂੰ, ਕਿਉਂਕਿ ਉਹ ਪਾਤਸ਼ਾਹ ਹੀ ਹੈ। ਪਰ ਗੱਲ ਕੀ ਹੈ, ਉਹ ਪਾਤਸ਼ਾਹਾਂ ਵਾਂਗੂ ਜ਼ਮੀਨ ਦੇ ਉੱਤੇ ਪੈਦਾ ਨਹੀਂ ਹੋਇਆ, ਅਤੇ ਪਾਤਸ਼ਾਹਾਂ ਵਾਂਗੂ ਉਹਨੇ ਦੁਨੀਆ ਉੱਤੇ ਜੀਵਨ ਵਸਰ ਨਹੀਂ ਕੀਤਾ। ਉਹਨੇ ਇੱਕ ਆਮ ਮਨੁੱਖ ਵਾਂਗੂ, ਬਲਕਿ ਇੱਕ ਦਾਸ ਵਾਂਗੂ ਰੂਪ ਆਪਣਾ ਜੀਵਨ ਵਸਰ ਕੀਤਾ। ਇੱਕ ਆਮ ਮਨੁੱਖ ਵਾਂਗੂ, ਬਲਕਿ ਇੱਕ ਦਾਸ ਵਾਂਗੂ ਆਪਣਾ ਜੀਵਨ ਵਸਰ ਕੀਤਾ, ਆਪਣਾ ਜੀਵਨ ਬਤੀਤ ਕੀਤਾ। ਹੁਣ ਜਦੋਂ ਉਹਨੇ ਆਪਣੇ ਜੀਵਨ ਇੱਕ ਦਾਸ ਵਾਂਗੂ ਬਤੀਤ ਕੀਤਾ, ਦਾਸ ਦਾ ਮਤਲਬ ਨੌਕਰ ਤੋਂ ਕਿਤੇ ਗਾਂ ਆ। ਦਾਸ ਦਾ ਮਤਲਬ ਗੁਲਾਮ, ਗੁਲਾਮ, ਦਾਸ ਗੁਲਾਮ ਆ ਉਹਦਾ। ਨੌਕਰ ਤਨਖਾਹ ਲੈਂਦਾ ਆ, ਪਰ ਦਾਸ ਤਨਖਾਹ ਨਹੀਂ ਲੈਂਦਾ ਹੈਗਾ। ਦਾਸ ਦਾ ਗੁਲਾਮ ਆ, ਉਹਦਾ ਗੁਲਾਮ ਹੋ ਗਿਆ। ਯੀਸ਼ੂ ਇਸ ਜ਼ਮੀਨ ਦੇ ਉੱਤੇ ਇੱਕ ਦਾਸ ਦਾ ਜੀਵਨ ਜੀ ਕੇ ਗਏ। ਔਰ ਦਾਸ ਕੀ ਕਰਦਾ? ਦਾਸ ਕੀ ਕਰਦਾ? ਪਰਮੇਸ਼ਰ ਦਾ ਬੰਦਾ ਯਬੂਰ ਲਿਖਣ ਵਾਲਾ ਕਹਿੰਦਾ ਕਿ ਜਿੱਦਾਂ ਨੌਕਰ ਜਿਹੜਾ ਨਾ ਆਪਣੇ ਮਾਲਕ ਦੇ ਹੱਥ ਵੱਲ ਦੇਖਦਾ, ਅਤੇ ਨੌਕਰਾਣੀ ਆਪਣੀ ਮਾਲਕਨ ਦੇ ਹੱਥ ਵੱਲ ਦੇਖਦੀ ਹੈ। ਯੀਸ਼ੂ ਮਸੀਹ ਨੇ ਜ਼ਮੀਨ ਦੇ ਉੱਤੇ ਰਹਿੰਦੇ ਹੋਏ ਪਿਤਾ ਪਰਮੇਸ਼ਰ ਵੱਲ ਦੇਖਿਆ। ਉਹ ਕੀ ਕਹਿੰਦਾ? ਦੁਨੀਆ ਕਹਿੰਦੀ ਇਹਦੇ ਨਹੀਂ ਦੇਖਿਆ, ਇਹ ਦੇਖਿਆ ਉਹ ਮੈਨੂੰ ਕੀ ਕਹਿੰਦਾ ਕਰਨ ਦੇ ਲਈ, ਉਹ ਮੈਨੂੰ ਕੀ ਕਹਿੰਦਾ ਬੋਲਣ ਦੇ ਲਈ, ਉਹ ਮੈਨੂੰ ਕੀ ਕਹਿੰਦਾ ਇਸ ਵਕਤ ਕਰਨ ਦੇ ਲਈ। ਜੋ ਉਹਨੇ ਕਿਹਾ ਉਹੀ ਉਹਨੇ ਕੀਤਾ। ਅੱਜ ਬੜੀ ਸਪਸ਼ਟ ਸ਼ਬਦਾਂ ਵਿੱਚ ਪ੍ਰਭੂ ਦਾ ਵਚਨ ਸਾਨੂੰ ਇਹ ਗੱਲ ਸਿੱਖਿਆ ਦਿੰਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਨੇ ਖਾਲੀ ਕਰ ਲਿਆ ਆਪਣੇ ਆਪ ਨੂੰ। ਜਦੋਂ ਖਾਲੀ ਕਰ ਲਿਆ ਤੇ ਦਾਸ ਬਣਿਆ ਤੇ ਇਨਸਾਨ ਬਣਿਆ। ਉਹ ਇਨਸਾਨ ਨਹੀਂ, ਉਹ ਪ੍ਰਭੂ ਸੀ, ਪਰ ਇਨਸਾਨ ਬਣ ਗਿਆ। ਔਰ ਇਨਸਾਨ ਵੀ ਕਿੱਦਾਂ ਦਾ? ਦਾਸ, ਨੌਕਰ ਵਾਲਾ, ਦਾਸ ਵਾਲਾ, ਦਾਸ ਵਾਲਾ ਇਨਸਾਨ, ਦਾਸ ਵਰਗਾ ਇਨਸਾਨ। ਇਸ ਲਈ ਉਹਦੇ ਲਈ ਭਵਿੱਖਬਾਣੀ ਸੀ, ਉਹ ਅਧੀਨਗੀ ਨਾਲ ਗੱਦੀ ਉੱਤੇ, ਸਗੋਂ ਗੱਦੀ ਦੇ ਬੱਚੇ ਉੱਤੇ ਸਵਾਰ ਹੋ ਕੇ ਆਇਆ। ਉਹ ਅਧੀਨਗੀ ਨਾਲ ਆ ਰਿਹਾ, ਘੋੜੇ ਤੇ ਸਵਾਰ ਹੋ ਕੇ ਨਹੀਂ ਆਇਆ, ਗਦੀ ਤੇ ਸਵਾਰ ਹੋ ਗਿਆ, ਗਦੀ ਦੇ ਬੱਚੇ ਤੇ ਸਵਾਰ ਹੋ ਕੇ ਆਇਆ। ਅਧੀਨਗੀ ਇਹ ਗੱਲ, ਜਿਹੜਾ ਉਹਦਾ ਆਗਮਨ ਹੈ ਇਸ ਗੱਲ ਨੂੰ ਦੱਸਦਾ ਹੈ। ਘੋੜੇ ਤੇ ਸਵਾਰ ਹੋ ਕੇ ਆਉਣਾ, ਇੱਕ ਦਿਨ ਉਹ ਆ ਰਿਹਾ ਘੋੜੇ ਤੇ ਸਵਾਰ ਹੋ ਕੇ, ਪਰ ਜਦੋਂ ਉਦੋਂ ਆਇਆ ਸੀਗਾ ਗਦੀ ਤੇ ਸਵਾਰ ਹੋ ਗਿਆ, ਗਦੀ ਦੇ ਬੱਚੇ ਤੇ ਸਵਾਰ ਹੋ ਗਿਆ। ਅੱਜ ਮੇਰੇ ਭੈਣ ਭਰਾ ਇਸ ਗੱਲ ਨੂੰ ਸਮਝ ਜਾਓ ਕਿ ਅਸੀਂ ਯੀਸ਼ੂ ਤੋਂ ਕੀ ਸਿੱਖਿਆ ਅੱਜ ਤੱਕ। ਯੀਸ਼ੂ ਸਾਡੀ ਜ਼ਿੰਦਗੀ ਦਾ ਆਦਰਸ਼ ਹੈ। ਯੀਸ਼ੂ ਕੌਣ ਹੈ? ਯੀਸ਼ੂ ਕੀ ਹੈ? ਜੋ ਉਹਦੇ ਵਿੱਚ ਆ ਉਹ ਯੀਸ਼ੂ ਆ। ਕੇਵਲ ਯੀਸ਼ੂ ਨਾਮ ਦੀ ਗੱਲ ਨਹੀਂ ਹੈਗੀ, ਜੋ ਉਹਦੇ ਵਿੱਚ ਆ, ਜੋ ਉਹਦੀਆਂ ਵਿਸ਼ੇਸ਼ਤਾਵਾਂ ਆ, ਜੋ ਉਹਦੀਆਂ ਖੂਬੀਆਂ ਆ, ਉਹ ਯੀਸ਼ੂ ਆ। ਜੋ ਉਹਦਾ ਕਰੈਕਟਰ ਆ, ਜੋ ਉਹਦਾ ਜੀਵਨ ਆ, ਜੀਵਨ ਆਚਰਣ ਆ, ਜਿਸ ਤਰੀਕੇ ਨਾਲ ਉਹ ਵਿਚਰਿਆ ਹੈ ਦੁਨੀਆ ਦੇ ਉੱਤੇ, ਜੋ ਉਹਨੇ ਕੰਮ ਕੀਤੇ ਆ ਦੁਨੀਆ ਦੇ ਉੱਤੇ, ਉਹ ਯੀਸ਼ੂ ਆ।
ਗੱਲ ਇਕੱਲੇ ਨਾਮ ਦੀ ਨਹੀਂ ਹੈਗੀ। ਨਾਮ ਵੀ ਤਾਂ ਹੀ ਆ ਜੇ ਵਿੱਚ ਕੁਛ ਹੋਵੇ। ਯਿਸੂ ਦੇ ਵਿੱਚ ਸਭ ਕੁਝ ਈਸ਼ਵਰ ਹੀ ਹੈ, ਸਭ ਕੁਝ ਸਿਰੇ ਦਾ ਆ, ਇਸ ਕਰਕੇ ਉਹਦਾ ਨਾਮ ਵੀ ਕੰਮ ਕਰਦਾ ਹੈ। ਬਹੁਤ ਸਾਰੇ ਕਹਿੰਦੇ ਪਹਿਲਾਂ ਪ੍ਰਭੂ ਨੇ ਕਿਹਾ ਸੀ ਇਮਾਨੂਅਲ ਰੱਖਣਾ, ਭਵਿੱਖਬਾਣੀ ਇਮਾਨੂਅਲ ਦੀ ਕਰਵਾਈ ਯਸ਼ਾਇਆ ਦੁਆਰਾ। ਫਿਰ ਯੂਸੁਫ ਨੂੰ ਕਹਤਾ ਯਿਸੂ ਰੱਖੀ, ਨਾਮ ਹੀ ਬਦਲਤਾ। ਇਹ ਕਿਉਂ ਬਦਲਤਾ ਵੀ? ਪਰਮੇਸ਼ਵਰ ਕੇਵਲ ਨਾਮ ਤੇ ਨਹੀਂ ਖੜਾ, ਪਰਮੇਸ਼ਵਰ ਕਿਰਦਾਰ ਤੇ ਖੜਾ, ਕਿਰਦਾਰ ਤੇ। ਅਜੇ ਬਹੁਤ ਸਾਰੇ ਬਲੈਕਮੇਲ ਹੋ ਰਹੇ ਆ, ਬਹੁਤ ਸਾਰੇ ਬਲੈਕਮੇਲ ਹੋ ਰਹੇ ਆ, ਬਲੈਕਮੇਲ ਹੋ ਰਹੇ ਆ। ਉਹ ਕਹਿੰਦੇ ਮੇਰੇ ਕੋਲ ਅਸਲੀ ਨਾਮ, ਉਹ ਕਹਿੰਦਾ ਮੇਰੇ ਕੋਲ ਅਸਲੀ ਨਾਮ, ਉਹ ਕਹਿੰਦਾ ਮੇਰੇ ਕੋਲ ਅਸਲੀ ਨਾਮ। ਜਦ ਕਿ ਪਰਮੇਸ਼ਰ ਦਾ ਵਚਨ ਇਹ ਦੱਸਦਾ ਕਿ ਅਸਮਾਨ ਦੇ ਹੇਠਾਂ ਮਨੁੱਖਾਂ 'ਚ ਇੱਕੋ ਹੀ ਨਾਮ ਦਿੱਤਾ ਗਿਆ, ਯਿਸੂ ਮਸੀਹ ਨਾਸਰੀ, ਜਿਸ ਤੋਂ ਅਸੀਂ ਬਚਾਏ ਜਾਣਾ। ਯਿਸੂ ਦਾ ਹੋਰ ਕੋਈ ਵੀ ਬੰਦਾ ਨਾਮ ਰੱਖ ਸਕਦਾ ਹੈ। ਜੇ ਕਹੇਗਾ ਮੈਂ ਯਿਸੂ ਨਾਮ ਰੱਖਣਾ ਤਾਂ ਰੱਖ ਹੀ ਸਕਦਾ, ਕੀ ਪ੍ਰੋਬਲਮ ਆ? ਅਸੀਂ ਕਿਹਨੂੰ ਕਹਿ ਨਹੀਂ ਸਕਦੇ ਤੂੰ ਯਿਸੂ ਨਾਮ ਕਾਹਲੇ ਰੱਖ ਲਿਆ ਵੀ? ਰੱਖ ਸਕਦਾ ਹੈ। ਉਸ ਜ਼ਮਾਨੇ ਵਿੱਚ ਵੀ ਕਈਆਂ ਰੱਖਿਆ ਸੀ, ਹੁਣ ਵੀ ਰੱਖ ਸਕਦੇ ਹਾਂ। ਇਨ ਬਿਟਵੀਨ ਵੀ ਕਈਆਂ ਨੇ ਰੱਖਿਆ ਹੋਊਗਾ, ਕਈਆਂ ਦਾ ਪਤਰਸ ਵੀ ਨਾਮ ਰੱਖਿਆ, ਕਈਆਂ ਦਾ ਪੌਲ ਵੀ ਨਾਮ ਰੱਖਿਆ, ਕਈਆਂ ਦਾ ਸੈਮੂਅਲ ਵੀ ਨਾਮ ਰੱਖਿਆ। ਪਰ ਕੰਮ ਕੋਈ ਨਹੀਂ ਅੰਦਰ ਹੈਗਾ ਸੈਮੂਅਲ ਵਾਲਾ, ਕੰਮ ਕੋਈ ਨਹੀਂ ਪੌਲ ਵਾਲਾ ਹੈਗਾ, ਕੰਮ ਕੋਈ ਨਹੀਂ ਪਤਰਸ ਵਾਲਾ ਹੈਗਾ। ਜੌਨ ਨਾਮ ਆ, ਕੋਈ ਕੰਮ ਜੌਨ ਵਾਲਾ ਨਹੀਂ ਹੈਗਾ। ਗੱਲ ਨਾਮ ਦੀ ਨਹੀਂ ਹੈਗੀ, ਗੱਲ ਇਹ ਆ ਕਿ ਯਿਸੂ, ਜਦੋਂ ਯਿਸੂ ਨਾਮ ਹੈ ਨਾ, ਉਹਦੇ ਵਿੱਚ ਦੇਖੋ ਕੀ ਆ। ਜਿਹਨੂੰ ਯਿਸੂ ਨਾਮ ਦਿੱਤਾ ਗਿਆ ਉਹਦੇ ਵਿੱਚ ਦੇਖੋ ਕੀ ਆ। ਉਹ ਮਸੀਹ ਯਿਸੂ ਆ, ਮਸੀਹ ਯਿਸੂ। ਉਹ ਕੇਵਲ ਯਿਸੂ ਨਹੀਂ ਹੈਗਾ, ਮਸੀਹ ਯਿਸੂ ਆ। ਜਿਹੜਾ ਮਸੀਹ ਯਿਸੂ ਆ ਉਹਦੇ ਵਿੱਚ ਦੇਖੋ ਕੀ ਆ। ਕਿਉਂਕਿ ਅਸੀਂ ਜਦੋਂ ਉਹਦੇ ਤੋਂ ਸਿੱਖਣਾ ਹੈ ਨਾ, ਸਾਨੂੰ ਜਾਣਨਾ ਜ਼ਰੂਰੀ ਹੈ ਕਿ ਉਹਦੇ ਵਿੱਚ ਕੀ ਆ। ਜੇਕਰ ਸਾਨੂੰ ਇਹ ਨਹੀਂ ਪਤਾ ਉਹਦੇ ਵਿੱਚ ਕੀ ਆ, ਕੀ ਸਿੱਖਾਂਗੇ? ਅਸੀਂ ਤਾਂ ਯਿਸੂ ਤੋਂ ਸਿੱਖਣਾ, ਯਿਸੂ ਦੇ ਸ਼ਬਦਾਂ ਤੋਂ ਹੀ ਨਹੀਂ ਗੱਲਾਂ, ਯਿਸੂ ਦੇ ਜੀਵਨ ਤੋਂ ਸਿੱਖਣਾ। ਔਰ ਯਿਸੂ ਦਾ ਜੀਵਨ ਹੈ, ਉਹਦੇ ਵਿੱਚ ਕੀ ਚੀਜ਼ ਆ? ਉਹਦੇ ਵਿੱਚ ਬੜੀ ਸਪਸ਼ਟ ਰੂਪ ਵਿੱਚ ਇਹ ਗੱਲ ਆ, ਉਹਦੇ ਵਿੱਚ ਬੜੀ ਸਪਸ਼ਟ ਰੂਪ ਵਿੱਚ ਇਹ ਗੱਲ ਆ ਕਿ ਜੋ ਉਹਦੇ ਕੋਲ ਸੀ, ਉਹਦਾ ਮੁਰਾਤਬਾ, ਨਾਂ, ਨੇਮ, ਫੇਮ, ਉਚਾਈ, ਕੱਦ ਕਾਠ, ਡੀਲ ਉਹਦੇ ਕੋਲ ਸੀ, ਉਹ ਉਹਨੇ ਛੱਡ ਦਿੱਤੀ। ਖਾਲੀ ਗੱਲ ਹੈ, ਆਪਣੇ ਆਪ ਖਾਲੀ। ਉਹਨੂੰ ਕਬਜ਼ੇ 'ਚ ਰੱਖਿਆ ਨਹੀਂ ਸੀ, ਉਹਨੇ ਰੱਖਿਆ। ਅਸੀਂ ਕੀ ਕਰਦੇ ਹਾਂ? ਜੋ ਸਾਡੇ ਕੋਲ ਹੈ ਕਬਜ਼ੇ 'ਚ ਕਰਕੇ ਰੱਖਦੇ, ਕਬਜ਼ੇ 'ਚ ਕਰਕੇ ਰੱਖਦੇ, ਕਬਜ਼ੇ 'ਚ। ਜੋ ਕੋਲ ਆ ਨਾ, ਉਹ ਕਹਿੰਦੇ ਕਿਤੇ ਨਿਕਲਣਾ, ਛੁੱਟ ਨਾ ਜਾਏ ਕਿਤੇ ਕੋਲੋਂ। ਭਾਈ ਵਚਨ ਇਹ ਦੱਸਦਾ, ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਿਆਂ ਜਾਂਦਾ, ਇੱਕ ਦਿਨ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਊਗਾ। ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਿਆਂ ਜਾਂਦਾ, ਇੱਕ ਦਿਨ ਜੈਕਾਰਿਆਂ ਦੇ ਨਾਲ ਭਰੀਆਂ ਚੁੱਕ ਕੇ ਆਊਗਾ। ਯਿਸੂ ਰੋਇਆ ਜ਼ਮੀਨ ਤੇ ਆ ਕੇ, ਯਿਸੂ ਦਾ ਪਸੀਨਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਨਿਕਲਿਆ। ਯਿਸੂ ਮਹਾ ਕਸ਼ਟ ਵਿੱਚ ਪਿਆ। ਪਰ ਬਾਅਦ ਵਿੱਚ ਕੀ ਹੋਇਆ? ਔਰ ਬਾਅਦ ਵਿੱਚ ਕੀ ਹੋਇਆ? ਮੁਰਦਿਆਂ 'ਚੋਂ ਜਿੰਦਾ ਹੋ ਗਿਆ ਔਰ ਰੂਹਾਂ ਨੂੰ ਜਿੱਤ ਲਿਆ, ਜਗਤ ਨੂੰ ਜਿੱਤ ਲਿਆ, ਸੰਸਾਰ ਨੂੰ ਜਿੱਤ ਲਿਆ, ਸ਼ੈਤਾਨ ਨੂੰ ਜਿੱਤ ਲਿਆ, ਮੌਤ ਨੂੰ ਜਿੱਤ ਲਿਆ, ਸਾਰੇ ਕੁਝ ਨੂੰ ਜਿੱਤ ਲਿਆ, ਸਾਰੇ ਕੁਝ ਤੋਂ ਜਿੱਤ ਗਿਆ। ਪਰ ਪਹਿਲਾਂ ਕੀ ਹੋਇਆ? ਉਹਨੇ ਤਿਆਗ ਦਿੱਤਾ, ਛੱਡਤਾ। ਯਿਸੂ ਦੇ ਚੇਲਿਆਂ ਨੇ ਯਿਸੂ ਨੂੰ ਪੁੱਛਿਆ, ਅਸੀਂ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਗਏ ਹਾਂ, ਕੀ ਮਿਲੂਗਾ? ਕਹਿੰਦਾ ਇਸ ਸੰਸਾਰ ਵਿੱਚ 100 ਗੁਣਾ ਮਿਲੂਗਾ, ਆਉਣ ਵਾਲੇ ਸੰਸਾਰ ਵਿੱਚ ਸਦੀਪਕ ਜੀਵਨ ਮਿਲੂਗਾ। ਬੜੀ ਕਲੀਅਰ ਗੱਲ। ਕੀ ਛੱਡਿਆ? ਜੋ ਛੱਡਿਆ ਉਹਦਾ 100 ਗੁਣਾ ਮਿਲੂਗਾ। ਜੋ ਛੱਡੂਗੇ ਉਹਦਾ 100 ਗੁਣਾ ਮਿਲੂਗਾ। ਕੀ ਛੱਡਦੇ ਹਾਂ ਭਾਈ? ਛੱਡਦੇ ਹਾਂ ਕਿ ਸਮੇਟਦੇ ਹਾਂ? ਇਹ ਤੁਸੀਂ ਦੇਖ ਲਓ। ਵੰਡਦੇ ਹਾਂ, ਇਕੱਠਾ ਕਰਦੇ ਹਾਂ, ਤੁਸੀਂ ਦੇਖ ਲਓ। ਦਿੰਦੇ ਹਾਂ ਕਿ ਲੈਂਦੇ ਹੀ ਹੈ, ਤੁਸੀਂ ਦੇਖ ਲਓ। ਜੇ ਤੁਹਾਡਾ ਸੁਰਗੀ ਪਿਤਾ ਵੰਡਣ ਵਾਲਾ ਹੈ ਨਾ, ਤਿਆਗਣ ਵਾਲਾ ਆ, ਤੇ ਤੁਸੀਂ ਵੰਡਣ ਵਾਲੇ, ਤਿਆਗਣ ਵਾਲੇ ਬਣੋ, ਛੱਡਣ ਵਾਲੇ ਬਣੋ ਕੁਛ। ਜੇ ਤੁਸੀਂ ਕੁਛ ਛੱਡਦੇ ਹੀ ਨਹੀਂ, ਤਾਂ ਇੱਕ ਗੱਲ ਸੁਣੋ, ਪ੍ਰਭੂ ਕਹਿੰਦਾ ਜੇ ਛੱਡ ਦੂੰਗੇ ਤਾਂ ਛੱਡੇ ਜਾਊਂਗੇ। ਮਤਲਬ ਜੇ ਕੁਛ ਬਖਸ਼ ਦਊਂਗੇ ਕਿਸੇ ਨੂੰ, ਤਾਂ ਪ੍ਰਭੂ ਤੁਹਾਨੂੰ ਵੀ ਬਖਸ਼ਿਸ਼ ਕਰ ਦਊ। ਜੇ ਤੁਸੀਂ ਬਖਸ਼ਿਸ਼ ਨਹੀਂ ਕਰਦੇ, ਤੁਹਾਨੂੰ ਵੀ ਬਖਸ਼ਿਸ਼ ਨਹੀਂ ਹੋਣੀ ਹੈਗੀ। ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਹੀ। ਹੁਣ ਇੱਥੇ ਪ੍ਰਭੂ ਕੀ ਕਹਿੰਦਾ? ਪ੍ਰਭੂ ਦਾ ਵਚਨ ਕੀ ਦੱਸਦਾ? ਕਿ ਉਹਨੇ ਕਬਜ਼ਾ ਨਹੀਂ ਰੱਖਿਆ, ਉਹਨੇ ਛੱਡਤਾ। ਆਪਣੇ ਅਹੁਦੇ, ਮੁਰਾਤਬੇ, ਸਾਰੇ ਸਾਨੂੰ ਸ਼ਕਤ ਨੂੰ ਛੱਡਤਾ।
ਛੱਡਤਾ, ਉਸ ਮਹਿਮਾ ਨੂੰ ਛੱਡਤਾ, ਔਰ ਕੀ ਬਣ ਗਿਆ? ਖਾਲੀ ਹੋ ਗਿਆ। ਖਾਲੀ ਹੋ ਕੇ ਕੀ ਬਣ ਗਿਆ? ਦਾਸ ਬਣ ਗਿਆ, ਇੱਕ ਮਨੁੱਖੀ ਦਾਸ, ਇਨਸਾਨ ਔਰ ਦਾਸ ਬਣ ਗਿਆ। ਅੱਜ ਮੇਰੇ ਭੈਣ ਭਰਾ, ਅਸੀਂ ਮਸੀਹ ਦੇ ਸੇਵਕ ਹਾਂ, ਦਾਸ ਹਾਂ, ਦਾਸ। ਕੀ ਦਾਸ ਬਣ ਗਏ? ਦਾਸ ਬਣ ਕੇ ਕੀ ਕਰਦੇ हैं? देखो यीशु नहीं कहता कि मेरिया लत्तां बहुत दुखदियां ते घुटो अज सारे दास इकट्ठे हो गए, इदा नहीं कहता। यीशु की सेवा किहड़ी करदे तुसीं? की सेवा करते हैं यीशु की? हुण मसीह दी देह, मसीह दी कलीसिया है, मसीह दी देह, मसीह दी कलीसिया और जमीन ते है, और जिहड़े दास हैं असीं उहदी सेवा च लगे हुए हैं। ਜਿਹੜੇ ਅਸੀਂ ਦਾਸ ਹਾਂ, ਕਲੀਸਿਆ ਦੀ ਸੇਵਾ 'ਚ ਲੱਗੇ ਹੋਏ ਹਾਂ। ਜਿਹੜੇ ਅਸੀਂ ਦਾਸ ਹਾਂ, ਕਲੀਸਿਆ ਦੀ ਸੇਵਾ 'ਚ ਲੱਗੇ ਹੋਏ ਹਾਂ। ਯੀਸ਼ੂ ਨੇ ਕੀ ਕੀਤਾ? ਯੀਸ਼ੂ ਨੇ ਕਿਹਦੀ ਸੇਵਾ ਕੀਤੀ? ਪਰਮੇਸ਼ਰ ਦੀ ਸੇਵਾ ਨਹੀਂ ਕੀਤੀ ਉਹਨੇ ਕੁਰਬਾਨੀ ਪਰਮੇਸ਼ਰ ਲਈ ਨਹੀਂ ਦਿੱਤੀ। ਉਹਨੇ ਜੋ ਦੁਨੀਆ ਤੇ ਉਹਨੇ ਜੀਵਨ ਬਸਰ ਕੀਤਾ, ਪਰਮੇਸ਼ਰ ਲਈ ਨਹੀਂ ਕੀਤਾ। ਉਹਨੇ ਆਪਣੇ ਆਪ ਲਈ ਨਹੀਂ ਕੀਤਾ, ਉਹਨੇ ਲੋਕਾਂ ਲਈ ਕੀਤਾ। ਜੋ ਕੁਛ ਵੀ ਕੀਤਾ ਉਹਨੇ ਮਨੁੱਖਤਾ ਲਈ ਕੀਤਾ, ਮਾਨਵਤਾ ਲਈ ਕੀਤਾ, ਸਾਰੀ ਦੁਨੀਆ ਲਈ ਕੀਤਾ ਉਹਨੇ। ਇਸ ਕਰਕੇ यूहन्ना 3:16 ਦੱਸਦਾ ਹੈ, ਜਗਤ ਨਾਲ ਪਿਆਰ ਕੀਤਾ ਪਰਮੇਸ਼ਰ ਨੇ, ਕਿਸੇ ਇੱਕ ਮੁਲਕ ਨਾਲ ਨਹੀਂ, ਕਿਸੇ ਇੱਕ ਕੌਮ ਜਾਤੀ ਭਾਖਿਆ ਨਾਲ ਨਹੀਂ, ਬਲਕਿ ਜਗਤ ਨਾਲ ਪਿਆਰ ਕੀਤਾ ਉਹਨੇ। ਜਿਹੜਾ ਇੱਕ ਦਾਸ ਆ ਉਹ ਜਗਤ ਨੂੰ ਦਿੱਤਾ ਗਿਆ, ਜਗਤ ਨੂੰ ਦਿੱਤਾ ਗਿਆ, ਦੁਨੀਆ ਨੂੰ ਦਿੱਤਾ ਗਿਆ ਹੈ। ਇਸ ਲਈ ਬੜੀ ਸਪਸ਼ਟ ਰੂਪ ਵਿੱਚ ਗੱਲ ਆ। ਆਈ ਯੀਸ਼ੂ ਤੋਂ ਪਹਿਲੀ ਗੱਲ ਇਹ ਸਿੱਖਣੀ ਆ ਕਿ ਉਹਨੇ ਕਬਜ਼ਾ ਨਹੀਂ ਰੱਖਿਆ ਆਪਣੇ ਸਭ ਕੁਝ ਦੇ ਉੱਤੇ। ਜੋ ਉਹਦੇ ਕੋਲ ਸੀ ਉਹਨੇ ਕਬਜ਼ੇ 'ਚ ਨਹੀਂ ਰੱਖਿਆ, ਛੱਡਤਾ। ਦੂਸਰੀ ਗੱਲ ਜਿਹੜੀ ਉਹ ਕੀ ਹੈਗੀ ਹੈ? ਦੂਸਰੀ ਗੱਲ ਇਹ ਹੈਗੀ ਆ, ਉਹਨੇ ਆਪਣੇ ਨੂੰ ਖਾਲੀ ਕਰ ਲਿਆ। ਤੀਸਰੀ ਗੱਲ ਹੈ ਉਹ ਦਾਸ ਬਣ ਗਿਆ। ਚੌਥੀ ਗੱਲ ਉਹ ਮਨੁੱਖ ਬਣ ਗਿਆ। ਅੱਜ ਬੜੀ ਸਪਸ਼ਟ ਰੂਪ ਵਿੱਚ ਗੱਲ ਹੈ, ਆਪਣੇ ਆਪ ਨੂੰ ਖਾਲੀ ਕਰੋ। ਜਦੋਂ ਖਾਲੀ ਕਰੋਗੇ ਫਿਰ ਦਾਸ ਬਣੋਗੇ, ਦਾਸ। ਜਿਹਦੇ ਕੋਲ ਕੁਛ ਨਹੀਂ ਹੁੰਦਾ ਉਹਨੂੰ ਥੱਲੇ ਲੱਗਣਾ ਪੈਂਦਾ ਥੋੜ੍ਹਾ। ਜਿਹਦੇ ਕੋਲ ਬਹੁਤ ਕੁਛ ਹੁੰਦਾ ਧੌਂਸ ਪਾਉਂਦਾ, ਜਾਓ ਭੱਜੋ, ਮੈਂ ਤੁਹਾਡੇ ਤੋਂ ਬਿਨਾਂ ਸਭ ਕੁਝ ਕਰ ਸਕਦਾ। ਪਰ ਜਿਹਦੇ ਕੋਲ ਕੁਛ ਵੀ ਨਹੀਂ ਹੈਗਾ ਉਹ ਕਹਿੰਦਾ ਭਾਈ ਤੁਹਾਡੇ ਰੱਖਣ ਦੇ ਆ ਬਸ। ਇਹ ਫਰਕ ਆ। ਔਰ ਯੀਸ਼ੂ ਮਸੀਹ ਖਾਲੀ ਹੋ ਗਿਆ, ਇਸ ਲਈ ਉਹ ਲੋਕਾਂ ਨੂੰ ਕਹਿੰਦਾ ਤੁਸੀਂ ਮੇਰੇ ਨਾਲ ਆ ਜਾਓ, ਪਲੀਜ਼ ਆ ਜਾਓ। ਉਹ ਕਹਿੰਦਾ ਮੈਂ ਦਿਲ ਦਾ ਗਰੀਬ ਹਾਂ। ਉਹ ਕਹਿੰਦਾ ਮੈਨੂੰ ਤੁਹਾਡੀ ਲੋੜ ਆ। ਅਸੀਂ ਆਕੜੇ ਸੀਗੇ, ਫੁੱਲੇ ਸੀਗੇ, ਅੱਜ ਵੀ ਕਈ ਆਕੜੇ ਤੇ ਫੁੱਲੇ ਹੋਏ ਆ, ਪਰ ਉਹ ਕਹਿੰਦਾ ਮੈਨੂੰ ਤੁਹਾਡੀ ਲੋੜ ਆ। ਅਸੀਂ ਆਪਣੇ ਭਾਈਆਂ ਨੂੰ ਜਾਓ ਭਾਜੋ, ਮੈਂ ਤੁਹਾਡੇ ਤੋਂ ਮੈਂ ਕੀ ਲੈਣਾ। ਪਰ ਪ੍ਰਭੂ ਕਹਿੰਦਾ ਨਹੀਂ, ਮੈਨੂੰ ਤੁਹਾਡੀ ਲੋੜ ਆ। ਕਿਉਂਕਿ ਉਹ ਕੀ ਬਣ ਕੇ ਆਇਆ? ਦਾਸ ਬਣ ਕੇ ਆਇਆ, ਖਾਲੀ ਬਣ ਕੇ ਆਇਆ, ਔਰ ਮਾਨਵਤਾ ਦੀ ਸੇਵਾ ਕਰਨ ਦੇ ਲਈ ਆਇਆ। ਔਰ ਇਹ ਜਿਹੜੀ ਗੱਲ ਆ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਹੀ, ਬੜੀ ਸਪਸ਼ਟ ਰੂਪ ਵਿੱਚ ਇੱਦਾਂ ਹੀ ਆ। ਔਰ ਉਹ ਮਨੁੱਖਾਂ ਦੀ ਸੂਰਤ ਦੇ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਅਗਲੀ ਗੱਲ ਆ, ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ, ਨੀਵਾਂ, ਨੀਚ ਬਣਿਆ। ਉਹ ਨੀਚ, ਉੱਚਾ ਸੀ, ਸਭ ਤੋਂ ਉੱਚਾ ਸੀ। ਉਹ ਤੋਂ ਉੱਚਾ ਕੋਈ ਵੀ ਨਹੀਂ ਸੀ। ਉੱਚਾ ਸੀ, ਸਭ ਤੋਂ ਉੱਚਾ ਸੀ, ਉਹ ਤੋਂ ਉੱਚਾ ਉਹਦੇ ਬਰਾਬਰ ਕੋਈ ਵੀ ਨਹੀਂ ਸੀ। ਪਰ ਹੁਣ ਕੀ ਹੋ ਗਿਆ? ਨੀਚ ਬਣ ਗਿਆ, ਨੀਵਾਂ ਬਣ ਗਿਆ। ਜਦੋਂ ਨੀਚ ਬਣ ਗਿਆ, ਨੀਵਾਂ ਬਣ ਗਿਆ, ਉਹ ਕਹਿੰਦਾ ਉਹਦੇ ਵਾਂਗੂ ਬਣ ਗਿਆ। ਇਹਦਾ ਇਸ਼ਾ 53 ਦੇ ਦੱਸਦਾ, ਜੇ ਤੋਂ ਲੋਕ ਮੂੰਹ ਲੁਕਾਉਂਦੇ ਸੀਗੇ, ਮੂੰਹ ਲੁਕਾਇਆ ਪਤਰਸ ਨੇ, ਸਾਹਮਣੇ ਮੂੰਹ ਲੁਕਾਇਆ ਉਹਨੇ। ਕਹਿੰਦਾ ਮੈਂ ਨਹੀਂ ਜਾਣਦਾ ਇਹਨੂੰ, ਇਹ ਕੌਣ ਹੈ। ਮੂੰਹ ਲੁਕੋ ਲਿਆ ਉਹਨੇ। 3 ਵਾਰੀ ਇਨਕਾਰ ਕਰਨ ਤੋਂ ਬਾਅਦ ਮੂੰਹ ਲੁਕੋ ਕੇ ਚਲਾ ਗਿਆ। ਮੂੰਹ ਲੁਕੋ ਲਿਆ ਸਭ ਤੋਂ ਪਹਿਲਾਂ ਯਹੂਦਾ ਇਸਕਰਿਓਤੀ ਨੇ ਜਾ ਕੇ ਫੜਵਾਈ ਦਿੱਤਾ, ਔਰ ਬਾਕੀਆਂ ਨੇ ਮੂੰਹ ਲੁਕੋ ਲਿਆ, ਭੱਜ ਗਿਆ, ਛੱਡ ਗਏ। ਔਰ ਹੋਰ ਵੀ ਜਾਣ ਪਛਾਣ ਵਾਲੇ ਮੂੰਹ ਲੁਕਾਉਂਦੇ ਆ। ਯੀਸ਼ੂ ਤਾਂ ਫੜ ਲਿਆ ਕਿਤੇ ਸਾਨੂੰ ਵੀ ਨਾ ਫੜ ਲੈਣ, ਇੱਦਾਂ ਮੂੰਹ ਲੁਕਾਉਂਦੇ ਸੀ। ਯੀਸ਼ੂ ਤਾਂ ਫੜ ਲਿਆ ਕਿਤੇ ਸਾਨੂੰ ਵੀ ਗ੍ਰਿਫਤਾਰ ਨਾ ਕਰ ਲੈਣ। ਅੱਜ ਵੀ ਇੱਦਾਂ ਹੁੰਦਾ, ਅੱਜ ਵੀ ਮੂੰਹ ਲੁਕਾਉਣ ਵਾਲੇ ਬਹੁਤ ਆ। ਅੱਜ ਜਿਹੜੀ ਗੱਲ ਹੈ ਬੜੀ ਸਪਸ਼ਟ ਰੂਪ ਵਿੱਚ ਇਹ ਆ, ਯੀਸ਼ੂ ਮਸੀਹ ਮਨੁੱਖਾਂ ਦੀ ਸ਼ਕਲ 'ਚ ਪ੍ਰਗਟ ਹੋ ਕੇ ਨੀਵਾਂ ਹੋਇਆ। ਜਦੋਂ ਨੀਵਾਂ ਹੋਇਆ ਉਹਨੇ ਮੂੰਹ ਨਹੀਂ ਲੁਕਾਇਆ। ਹਾਂ, ਉਹਨੇ ਆਪਣੇ ਅੰਦਰੋਂ ਇਹ ਗੱਲ ਕਹੀ, ਹੇ ਪਿਤਾ ਹੋ ਸਕੇ ਤਾਂ ਪਿਆਲਾ ਟਲ ਜਾਏ। ਉਹ ਗੱਲ ਦਾ ਮਤਲਬ ਕੀ? ਕਈ ਲੋਕ ਕਹਿੰਦੇ ਯੀਸ਼ੂ ਮਸੀਹ ਡਰ ਗਿਆ ਸੀਗਾ, ਘਬਰਾ ਗਿਆ ਸੀਗਾ, ਮੌਤ ਤੋਂ ਡਰ ਗਿਆ। ਕਈ ਇੱਦਾਂ ਦੇ ਕਹਿੰਦੇ ਜਿਹੜੇ ਥੋੜ੍ਹੇ ਹੋਰ ਤਰ੍ਹਾਂ ਸੋਚਦੇ ਆ। ਯੀਸ਼ੂ ਡਰਿਆ ਨਹੀਂ ਕਿਸੇ ਤੋਂ।
ਜੇ ਯਿਸੂ ਨਾ ਚਾਹੁੰਦਾ ਨਾ, ਉਹਨੂੰ ਕੋਈ ਮਾਰ ਨਹੀਂ ਸਕਦਾ ਹੈ। ਉਹਨੇ ਕਿਹਾ ਮੈਂ ਆਪਣੀ ਜਾਨ ਆਪ ਦਿੰਦਾ, ਕੋਈ ਖੋਂਦਾ ਨਹੀਂ ਹੈਗਾ ਮੇਰੇ ਕੋਲ, ਆਪ ਦਿੱਤੀ ਆਪਣੀ ਬਲੀ ਉਹਨੇ। ਯਿਸੂ ਨੇ ਆਪਣੀ ਜਾਨ ਬਚਾਈ ਨਹੀਂ। ਜੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ, ਇੱਕ ਸ਼ਬਦ ਸੀ ਜਿਹਦੇ ਨਾਲ ਉਹਦੀ ਜਾਨ ਬਚ ਜਾਣੀ ਸੀ, ਪਰ ਉਹਨੇ ਉਹ ਸ਼ਬਦ ਨਹੀਂ ਬੋਲਿਆ ਜਿਹਦੇ ਨਾਲ ਉਹਦੀ ਜਾਨ ਬਚਣੀ ਸੀ। ਉਹਨੇ ਉਹ ਕਿਹਾ ਜਿਹਦੇ ਨਾਲ ਉਹਦੀ ਜਾਨ ਨਿਸ਼ਾਵਰ ਹੋਣੀ ਸੀ, ਕੁਰਬਾਨ ਹੋਣੀ ਸੀ। ਉਹਨੇ ਉਹ ਕਿਹਾ। ਪਰ ਜਿਹੜੀ ਉਹ ਸ਼ਬਦ ਸੀ ਜਿਹੜੇ ਉਹਨੇ ਕਿਹਾ, ਹੇ ਪਿਤਾ ਹੋ ਸਕੇ ਤਾਂ ਪਹਿਲਾਂ ਟਲ ਜਾਵੇ, ਇਹ ਇੱਕ ਨੀਵੇਂਪਨ ਦੀ ਨਿਸ਼ਾਨੀ ਸੀ। ਜਿਹੜੀ ਗੱਲ ਇੱਥੇ ਪ੍ਰਭੂ ਦਾ ਵਚਨ ਦੱਸਦਾ ਕਿ ਉਹ ਨੀਵਾਂ ਬਣਿਆ। ਨੀਵਾਂ ਇਕੱਲਾ ਇੱਥੇ ਦੁਨੀਆ ਦੇ ਵਿੱਚ ਨਹੀਂ ਬਣਿਆ, ਉਹ ਨੀਵਾਂ ਪਰਮੇਸ਼ਰ ਦੇ ਅੱਗੇ ਵੀ ਬਣਿਆ। ਬਹੁਤ ਸਾਰੇ ਭੈਣ ਭਾਈ ਵਧੀਆ ਜੀਵਨ ਜੀਂਦੇ ਆ, ਪਰ ਪਰਮੇਸ਼ਰ ਅੱਗੇ ਇੱਦਾਂ ਘਮੰਡ ਨਾਲ ਖੜੇ ਹੁੰਦੇ ਆ। ਜਿੱਦਾਂ ਫਰੀਸੀ ਖੜਾ ਹੋਇਆ ਸੀਗਾ, ਦੇਖਾਂ ਮੈਂ ਕਿੰਨਾ ਵਧੀਆ ਚੱਲਦਾ। ਜੇ ਤੂੰ ਵਧੀਆ ਵੀ ਹੈ ਨਾ, ਪ੍ਰਭੂ ਕਹਿੰਦਾ ਤਾਂ ਵੀ ਤੂੰ ਇਹ ਕਹਿ, ਹੇ ਪਰਮੇਸ਼ਰ ਮੈਂ ਨਿਕੰਮਾ ਬੰਦਾ ਆ, ਹੇ ਪਰਮੇਸ਼ਰ ਮੈਂ ਨਿਕੰਮਾ ਬੰਦਾ ਆ, ਨਿਕੰਮਾ। ਜੋ ਮੈਨੂੰ ਕਹਿਣਾ ਔਰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ, ਜੋ ਮੈਨੂੰ ਕਹਿਣਾ ਔਰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ। ਉਹ ਮੈਂ ਨਹੀਂ ਕੀਤਾ, ਮੈਂ ਨਿਕੰਮਾ। ਇਹ ਕਹਿਣਾ ਪੈਣਾ ਪਰਮੇਸ਼ਰ ਅੱਗੇ, ਕਹਿਣਾ ਪੈਣਾ ਮੈਂ ਨਿਕੰਮਾ ਆ। ਅੱਜ ਕਿੰਨੇ ਦਾਸ ਜਿਹੜੇ ਪਰਮੇਸ਼ਰ ਅੱਗੇ ਘਮੰਡ ਕਰਦੇ। ਇੱਦਾਂ ਘਮੰਡ ਨਾ ਕਰੋ ਭਾਈ, ਕੋਈ ਵੀ ਘਮੰਡ ਲਈ ਬਿਲਕੁਲ ਥਾਂ ਨਹੀਂ ਹੈਗੀ। ਕਿਰਪਾ ਤੇ ਖੜੇ ਆ, ਅਨੁਗ੍ਰਹਿ ਨਾਲ ਖੜੇ ਆ। ਪ੍ਰਭੂ ਦਾ ਵਚਨ ਕਹਿੰਦਾ ਉਹਨਾਂ ਡਾਲੀਆਂ ਵੱਲ ਦੇ ਜਿਹੜੀਆਂ ਵੱਡੀਆਂ ਗਈਆਂ। ਜੇ ਤੂੰ ਜੁੜਿਆ ਤੇ ਅਨੁਗ੍ਰਹਿ ਨਾਲ ਹੀ ਜੁੜਿਆ, ਕਿਰਪਾ ਨਾਲ ਹੀ ਜੁੜਿਆ ਆ, ਹੋਰ ਕੋਈ ਨਹੀਂ ਗੱਲ ਹੈਗੀ। ਘਮੰਡ ਨਾ ਕਰ, ਘਮੰਡ ਛੱਡ ਦਿਓ। ਯਿਸੂ ਨੇ ਘਮੰਡ ਛੱਡ ਦਿਆ, ਸਭ ਕੁਝ ਸੀਗਾ ਪਰ ਘਮੰਡੀ ਨਹੀਂ ਸੀਗਾ। ਉਹਨੇ ਆਪਣੇ ਨੂੰ ਨੀਵਾਂ ਕੀਤਾ, ਦੁਨੀਆ ਅੱਗੇ ਵੀ ਨੀਵਾਂ ਕੀਤਾ, ਮਨੁੱਖਾਂ ਅੱਗੇ ਵੀ ਨੀਵਾਂ ਕੀਤਾ, ਚੇਲਿਆਂ ਅੱਗੇ ਵੀ ਨੀਵਾਂ ਕੀਤਾ ਆਪਣੇ ਆਪ ਨੂੰ, ਔਰ ਪਰਮੇਸ਼ਵਰ ਅੱਗੇ ਵੀ ਨੀਵਾਂ ਕੀਤਾ। ਔਰ ਉੱਥੇ ਲਿਖਿਆ ਢਾਹਾਂ ਮਾਰ ਮਾਰ ਕੇ ਉਹਨੇ ਪਰਮੇਸ਼ਰ ਦੀ ਦੁਹਾਈ ਦਿੱਤੀ। ਇਬਰਾਨੀਆਂ ਦਾ ਕਿਤਾਬ ਦੱਸਦਾ, ਢਾਹਾਂ ਮਾਰ ਮਾਰ ਕੇ ਉਹਨੇ ਪ੍ਰਾਰਥਨਾ ਕੀਤੀ। ਉਹਦਾ ਮੁੜਕਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਬਹਿ ਰਿਹਾ ਸੀਗਾ। ਉਹ ਪਰਮੇਸ਼ਰ ਨੂੰ ਕਹਿ ਰਿਹਾ, ਪਰਮੇਸ਼ਰ ਹੋ ਸਕੇ ਤਾਂ ਪਿਆਲਾ ਟਲ ਜਾਵੇ। ਉਹ ਪਰਮੇਸ਼ਰ ਨੂੰ ਕਹਿ ਰਿਹਾ, ਪਰਮੇਸ਼ਰ ਮੈਂ ਆਪਣੇ ਵੱਲੋਂ ਨਹੀਂ ਕਰ ਸਕਦਾ, ਤੇਰੇ ਅਨੁਗ੍ਰਹਿ ਨਾਲ ਮੈਂ ਸਭ ਕੁਝ ਕਰ ਸਕਦਾ। ਅੱਜ ਜਦੋਂ ਪ੍ਰਭੂ ਇਹ ਗੱਲ ਕਹਿੰਦਾ ਹੈ, ਪ੍ਰਭੂ ਇਸ ਹੱਦ ਤੱਕ ਆਪਣੇ ਨੂੰ ਨੀਵਾਂ ਕਰਦਾ ਹੈ, ਤੇ ਅਸੀਂ ਜਿਹੜੇ ਦਾਸ ਹਾਂ, ਜਿਹੜੇ ਅਸੀਂ ਕਲੀਸਿਆ ਹਾਂ, ਜਿਹੜੇ ਅਸੀਂ ਪ੍ਰਭੂ ਦੇ ਬੱਚੇ ਹਾਂ, ਕਿਉਂ ਨੀਵੇਂ ਨਹੀਂ ਕਰਦੇ ਆਪਣੇ ਆਪ ਨੂੰ? ਕੀ ਸਿੱਖਿਆ ਯਿਸੂ ਤੋਂ ਭਾਈ? ਕੀ ਸਿੱਖਿਆ? ਜਿਹੜਾ ਇਹ ਗੱਲ ਤੇ ਨਹੀਂ ਖੜਾ, ਉਹਨੇ ਯਿਸੂ ਤੋਂ ਸਿੱਖਿਆ ਹੀ ਨਹੀਂ। ਕਹੀ ਜਾਵੇ ਜੋ ਮਰਜ਼ੀ, ਮਾਰੀ ਜਾਵੇ ਗੱਲਾਂ ਜਿੰਨੀਆਂ ਮਰਜ਼ੀ। ਗੱਲਾਂ ਕਰਨੀਆਂ ਬਹੁਤ ਸੌਖੀਆਂ, ਪਰ ਵਚਨ ਪੂਰੇ ਕਰਨ ਦੇ ਲਈ ਸੱਚੀ ਆਪਣੇ ਆਪ ਨੂੰ ਮਾਰਨਾ ਪੈਂਦਾ, ਮਾਰਨਾ। ਅਤੇ ਜਿਹੜਾ ਆਪਣੇ ਆਪ ਨੂੰ ਮਾਰਦਾ ਹੀ ਨਹੀਂ, ਉਹ ਫਿਰ ਮਨੁੱਖਾਂ ਇੱਦਾਂ ਜੀਂਦਿਆਂ ਵਾਂਗੂ ਤੁਰਿਆ ਫਿਰਦਾ। ਪਰ ਇੱਦਾਂ ਵਚਨ ਦੱਸਦਾ ਕਿ ਸਮਝਦਾ ਤੂੰ ਆਪਣੇ ਆਪ ਨੂੰ ਜੀਂਦਾ, ਪਰ ਹੈਗਾ ਤੂੰ ਮੁਰਦਾ ਹੀ। ਮੁਰਦੇ ਹੀ ਜੀਂਦੇ ਤੁਰੇ ਫਿਰਦੇ। ਇਹ ਪ੍ਰੋਬਲਮ ਹੈ। ਆਕੜ 'ਚ ਤੁਰੇ ਫਿਰਦੇ ਹੈਗੇ, ਮਰੇ ਹੋਏ ਆਕੜ ਹੀ ਨਹੀਂ, ਜਿਹਦਾ ਹਿਸਾਬ ਕੋਈ ਨਹੀਂ ਹੈਗਾ। ਅਤੇ ਪ੍ਰਭੂ ਕੀ ਹੈ? ਪ੍ਰਭੂ ਨੇ ਆਪਣੇ ਨੂੰ ਨੀਵਿਆਂ ਕੀਤਾ ਅਤੇ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ। ਆਗਿਆਕਾਰ, ਨੀਵਾਂ ਕੀਤਾ ਅਤੇ ਆਗਿਆਕਾਰੀ ਕੀਤੀ। ਹੁਣ ਗੱਲ ਦੇਖੋ, ਆਗਿਆਕਾਰੀ 'ਤੇ ਖੜੀ ਹੈ ਗੱਲ। ਆਗਿਆਕਾਰੀ ਕਰੋ। ਕੀ ਆਗਿਆਕਾਰੀ ਕਰਦੇ ਆ ਪਰਮੇਸ਼ਵਰ ਜੀ? ਬਹੁਤ ਸਾਰੇ ਭੈਣ ਭਾਈ ਕਹਿੰਦੇ ਆ ਵਿਸ਼ਵਾਸ ਕਰ ਲਿਆ, ਪਰ ਵਿਸ਼ਵਾਸ ਨਾਲ ਤਾਂ ਉਧਾਰ ਮਿਲ ਜਾਣਾ। ਵਿਸ਼ਵਾਸ ਨਾਲ ਉਧਾਰ ਮਿਲਦਾ ਹੈ, ਮੁਕਤੀ ਮਿਲਦੀ ਹੈ, ਪਰ ਵਿਸ਼ਵਾਸ ਦੇ ਨਾਲ ਆਗਿਆਕਾਰੀ ਵੀ ਕਰਨੀ ਪੈਣੀ। ਇਸ ਕਰਕੇ ਯਾਕੂਬ ਕਹਿੰਦਾ ਕਿ ਅਮਲਾਂ ਤੋਂ ਬਿਨਾਂ ਨਿਹਚਾ ਮੁਰਦਾ ਹੈ, ਅਮਲਾਂ ਤੋਂ ਬਿਨਾਂ ਨਿਹਚਾ ਮੁਰਦਾ ਹੈ। ਕਈ ਸਿੰਗਲ ਟਰੈਕ 'ਤੇ ਤੁਰਦੇ, ਸਿੰਗਲ ਟਰੈਕ ਦੀ ਗੱਡੀ ਡਿੱਗ ਜਾਂਦੀ ਹੈ ਮੇਰੇ ਭੈਣ ਭਰਾ। ਸਾਈਕਲ 2 ਪਹੀਆ ਹੈ, ਮੋਟਰਸਾਈਕਲ 2 ਪਹੀਆ ਹੈ। ਆਮ ਤੌਰ 'ਤੇ 2 ਪਹੀਆ ਵਾਹਨ ਜਿਹੜੇ ਆ ਨਾ, ਉਹ ਡਿੱਗ ਜਾਂਦੇ, ਉਹਨਾਂ ਨੂੰ ਸਟੈਂਡ ਚਾਹੀਦਾ। ਪਰ 4 ਪਹੀਆ ਵਾਹਨਾਂ ਨੂੰ ਸਟੈਂਡ ਨਹੀਂ ਚਾਹੀਦਾ ਹੈਗਾ। ਜਿਹਦੇ ਮਰਜ਼ੀ ਖੜੇ ਕਰ ਦਿਓ, ਖੜੇ ਹੀ ਹੈ। ਕਈ ਇੱਕੋ ਗੱਲ 'ਤੇ ਚੱਲਦੇ, ਕਈ ਇੱਕੋ ਗੱਲ 'ਤੇ ਚੱਲਦੇ, ਕਈ ਨਿਸ਼ਚਾ 'ਤੇ ਹੀ ਚੱਲਦੇ ਆ, ਅਮਲਾਂ 'ਤੇ ਚੱਲਦੇ ਹੀ ਨਹੀਂ। ਭਾਈ ਨਿਸ਼ਚਾ ਵੀ ਕਰਨੀ ਹੈ ਅਤੇ ਅਮਲ ਵੀ ਕਰਨੇ ਆ। ਨਿਸ਼ਚਾ ਦੇ ਨਾਲ ਕੰਮ ਕਰਨੇ ਚੰਗੇ, ਨਿਸ਼ਚਾ ਦੇ ਨਾਲ ਪ੍ਰਭੂ ਦੀ ਆਗਿਆਕਾਰੀ ਕਰਨੀ ਹੈ। ਜੇ ਯਿਸੂ ਮਸੀਹ ਨੂੰ ਆਗਿਆਕਾਰੀ ਕਰਨੀ ਪਈ ਤੇ ਤੂੰ ਮੈਂ ਕੀ ਚੀਜ਼ ਹਾਂ ਭਾਈ? ਜੇ ਯਿਸੂ ਮਸੀਹ ਨੂੰ ਆਗਿਆਕਾਰੀ ਕਰਨੀ ਪਈ ਤਾਂ ਤੂੰ ਮੈਂ ਕੀ ਚੀਜ਼ ਹੈ? ਬਹੁਤ ਸਾਰੇ ਭੁਲੇਖੇ 'ਚ, ਭੁਲੇਖਾ ਵੀ ਇੰਨਾ ਖਤਰਨਾਕ ਆ ਕਿ ਲੋਕਾਂ ਨੂੰ ਹੀ ਪਾਈ ਜਾਂਦੇ ਆ। ਉਹ ਕਹਿੰਦੇ ਵਿਸ਼ਵਾਸ ਕਰੋ, ਅਮਲ ਕਰਨ ਦੀ ਲੋੜ ਨਹੀਂ ਹੈਗੀ।
ਭਾਈ ਇੱਦਾਂ ਭੁਲੇਖੇ 'ਚ ਨਾ ਪਾਓ, ਲੋਕਾਂ ਨੂੰ ਭੁਲੇਖੇ 'ਚ ਨਾ ਪਾਓ। ਇੱਕ ਇਬਰਾਨੀਆਂ ਦੀ ਕਿਤਾਬ 5ਵਾਂ ਅਧਿਆਏ 8ਵਾਂ ਵਚਨ ਦੱਸਦਾ, ਇਬਰਾਨੀਆਂ ਦੀ ਕਿਤਾਬ 5ਵਾਂ ਅਧਿਆਏ 8ਵਾਂ ਵਚਨ, ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੇ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ। ਉਹ ਭਾਵੇਂ ਪੁੱਤਰ ਸੀ, ਯੀਸ਼ੂ ਭਾਵੇਂ ਪੁੱਤਰ ਸੀ, ਭਾਵੇਂ ਪ੍ਰਭੂ ਸੀ, ਪਰ ਜਿਹੜੇ ਦੁੱਖ ਭੋਗੇ ਉਹਨੇ, ਉਹ ਦੁੱਖ ਭੋਗਣ ਤੋਂ ਉਹਨੇ ਆਗਿਆਕਾਰੀ ਸਿੱਖੀ। ਸਿੱਖੀ ਸ਼ਬਦ ਲਿਖਿਆ, ਪਵਿੱਤਰ ਆਤਮਾ ਦੀ ਅਗਵਾਈ 'ਚ ਲਿਖਿਆ ਗਿਆ, ਕੋਈ ਸ਼ੱਕ ਨਹੀਂ। ਸਿੱਖੀ, ਸਿੱਖੀ ਦਾ ਮਤਲਬ ਕੀ ਹੈ? ਉੱਥੇ ਤਾਂ ਆਰਾਮ 'ਚ ਸਭ ਕੁਝ ਪੂਰਾ ਕਰਨਾ ਸਹੀ ਸੀ, ਆਗਿਆਕਾਰੀ ਕਰਨੀ ਸਹੀ ਸੀ, ਪਰ ਜਦੋਂ ਦੁੱਖ 'ਚ ਆਗਿਆਕਾਰੀ ਕਰਨੀ ਪੈਂਦੀ ਹੈ ਨਾ, ਮਰਦੇ ਮਰਦੇ ਆਗਿਆਕਾਰੀ ਕਰਨੀ ਪੈਂਦੀ, ਆਗਿਆਕਾਰੀ ਕਰਦੇ ਕਰਦੇ ਮਰਨਾ ਪੈਂਦਾ, ਉਦੋਂ ਪਤਾ ਲੱਗਦਾ। ਆ ਫੌਜ ਆ ਸਾਡੀ, ਫੌਜ ਨੂੰ ਬਹੁਤ ਸਹੂਲਤਾਂ ਆ, ਵਧੀਆ ਸੈਲਰੀ ਆ, ਵਧੀਆ ਸਹੂਲਤਾਂ ਆ, ਤਨਖਾਹ ਮਿਲਦੀ ਤਾਂ ਵਧੀਆ ਵਧੀਆ ਆਗਿਆਕਾਰੀ, ਪਰ ਜਦੋਂ ਮਰਨਾ ਪੈਂਦਾ ਦੇਸ਼ ਲਈ ਫਿਰ। ਪਰ ਫੌਜੀ ਸੱਚਾ ਉਹੀ ਆ ਜਿਹੜਾ ਤਨਖਾਹ ਲੈਂਦੇ ਸਮੇਂ ਵੀ ਖੁਸ਼ ਹੁੰਦਾ ਅਤੇ ਦੇਸ਼ ਦੇ ਲਈ ਜਾਨ ਵਾਰਨ ਲੱਗੇ ਵੀ ਖੁਸ਼ ਹੁੰਦਾ। ਭਰਤੀ ਇਸੇ ਕਰਕੇ ਹੋਇਆ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਪਰ ਦੇਸ਼ ਦੀ ਰਾਖੀ ਕਰਨੀ ਇਹ ਵੀ ਇੱਕ ਗੱਲ ਹੈ। ਅੱਜ ਅਸੀਂ ਵਿਸ਼ਵਾਸ ਇਸ ਲਈ ਕੀਤਾ ਕਿ ਸਾਡਾ ਉद्धार ਹੋ ਜਾਵੇ, ਪਰ ਗੱਲ ਇਹ ਆ ਜਦੋਂ ਅਸੀਂ ਸਿੱਧ ਹੋ ਜਾਵਾਂਗੇ ਫਿਰ ਲੋਕਾਂ ਲਈ ਵੀ ਬਰਕਤ ਦਾ ਕਾਰਨ ਬਣਾਂਗੇ, ਲੋਕਾਂ ਨੂੰ ਬਚਾਉਣ ਦਾ ਕਾਰਨ ਬਣਾਂਗੇ। ਯਿਸੂ ਸਿੱਧ ਹੋ ਗਿਆ, ਅਸੀਂ ਵੀ ਸਿੱਧ ਹੋਣਾ। ਯਾਕੂਬ ਕਹਿੰਦਾ ਅਸੀਂ ਵੀ ਸਿੱਧ ਹੋਣਾ। ਨਿਸ਼ਚੈ ਦੀ ਪ੍ਰੀਖਿਆ ਧੀਰਜ ਬਣਾਉਂਦੀ ਆ, ਧੀਰਜ ਦਾ ਕੰਮ ਜਦੋਂ ਪੂਰਾ ਹੋ ਜਾਂਦਾ ਫਿਰ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਂਦੇ। ਭਾਈ ਅਸੀਂ ਵੀ ਸਿੱਧ ਅਤੇ ਸੰਪੂਰਨ ਹੋਣਾ ਹੈ। ਜੇ ਤਾਂ ਸਿੱਧ ਅਤੇ ਸੰਪੂਰਨ ਨਹੀਂ ਹੋਣਾ ਫਿਰ ਇਕੱਲੇ ਵਿਸ਼ਵਾਸ 'ਤੇ ਟਿਕੇ ਰਹੋ, ਕੋਈ ਸ਼ੁਭ ਕਰਮ ਕਰਨ ਦੀ ਲੋੜ ਨਹੀਂ ਹੈਗੀ। ਚਿੰਨ ਚਮਤਕਾਰ ਹੋਈ ਜਾਣੇ ਤੁਹਾਡੇ ਦੁਆਰਾ, ਕੋਈ ਗੱਲ ਨਹੀਂ, ਪ੍ਰਾਰਥਨਾ ਕਰੀ ਜਾਓ, ਵਿਸ਼ਵਾਸ ਕਰੀ ਜਾਓ, ਚਿੰਨ ਚਮਤਕਾਰ ਹੋਈ ਜਾਣੇ, ਕੋਈ ਪ੍ਰੋਬਲਮ ਨਹੀਂ, ਹੋਈ ਜਾਣੇ ਆ। ਨਿਸ਼ਾਨ ਅਚੰਭੇ ਹੋਈ ਜਾਣੇ, ਜ਼ਿਆਦਾ ਪ੍ਰਾਰਥਨਾ ਕਰੋ, ਜ਼ਿਆਦਾ ਹੋਈ ਜਾਣੇ, ਵਿਸ਼ਵਾਸ ਨਾਲ ਕਰੀ ਜਾਓ, ਹੋਈ ਜਾਣੇ। ਪਰ ਸਿੱਧ ਹੋਣਾ ਆ। ਯੀਸ਼ੂ ਤਾਂ ਸਿੱਧ ਹੋ ਗਿਆ। ਸਿੱਧ ਹੋਣ ਦਾ ਮਤਲਬ ਸਾਬਿਤ ਹੋ ਗਿਆ, ਸਾਬਿਤ ਹੋ ਗਿਆ ਕਿ ਆਗਿਆਕਾਰੀ ਹੀ ਹੈ, ਸਾਬਿਤ ਹੋ ਗਿਆ ਇਹ ਨੀਵਾਂ ਹੀ ਹੈ, ਸਾਬਿਤ ਹੋ ਗਿਆ ਇਹ ਪਵਿੱਤਰ ਹੀ ਹੈ, ਸਾਬਿਤ ਹੋ ਗਿਆ ਇਹ 'ਚ ਕੋਈ ਬਜ ਨਹੀਂ ਹੈ, ਸਾਬਿਤ ਹੋ ਗਿਆ ਇਹ ਪੂਰਾ ਹੈ, ਸਾਬਿਤ ਹੋ ਗਿਆ ਇਹੀ ਸੱਚਾ ਅਧਿਕਾਰੀ ਹੈ, ਸਾਬਿਤ ਹੋ ਗਿਆ ਇਹੀ ਸੱਚਾ ਪ੍ਰਭੂ ਹੈ, ਸਾਬਿਤ ਹੋ ਗਿਆ, ਸਾਬਿਤ ਹੋ ਗਿਆ। और साडा भी इस ਜ਼ਮੀਨ ਤੇ ਰਹਿੰਦੇ ਹੋਏ ਸਭ ਕੁਝ ਸਾਬਿਤ ਹੋਣਾ ਹੈ। ਅਸੀਂ ਵੀ ਸਿੱਖਣਾ ਹੈ। ਜੇਕਰ ਯੀਸ਼ੂ ਸਿੱਖਦਾ ਹੈ ਜ਼ਮੀਨ ਦੇ ਉੱਤੇ ਆ ਕੇ ਦੁੱਖ ਚੱਲ ਕੇ ਆਗਿਆਕਾਰੀ, ਤੇ ਭਾਈ ਅਸੀਂ ਕਿਉਂ ਨਹੀਂ ਸਿੱਖਣਾ? ਅੱਜ ਦੁੱਖ ਆ ਗਿਆ ਤਾਂ ਭੱਜਦੇ ਆ, ਜਦੋਂ ਸੁੱਖ ਆਉਂਦਾ ਤਾਂ ਫਿਰ ਗਵਾਹੀ ਦਿੰਦੇ ਆ। ਭਾਈ ਜੇ ਦੁੱਖ ਆ ਗਿਆ ਤਾਂ ਵੀ ਗਵਾਹੀ ਦੇਣੀ ਆ ਕਿ ਅੱਜ ਵੀ ਮੇਰਾ ਪ੍ਰਭੂ ਮੇਰੇ ਨਾਲ ਆ, ਮੈਂ ਇਕੱਲਾ ਨਹੀਂ ਹੈਗਾ, ਕਿਉਂਕਿ ਉਹਨੇ ਮੈਨੂੰ ਕਿਹਾ ਮੈਂ ਤੈਨੂੰ ਅਨਾਥ ਨਹੀਂ ਛੱਡੂੰਗਾ, ਮੈਂ ਤੇਰੇ ਕੋਲ ਆਊਂਗਾ। ਉਹ ਖੜਾ, ਉਹ ਕਾਇਮ ਦਾਇਮ ਆ, ਉਹ ਕਾਇਮ ਦਾਇਮ ਆ। ਇਸ ਲਈ ਅੱਜ ਮੇਰੇ ਭੈਣ ਭਰਾ ਇਸ ਗੱਲ ਨੂੰ ਸਮਝ ਜਾਓ ਕਿ ਜੇ ਯਿਸੂ ਸਿੱਖਦਾ ਹੈ ਜ਼ਮੀਨ 'ਤੇ ਆ ਕੇ, ਤੇ ਸਾਨੂੰ ਵੀ ਸਿੱਖਣਾ ਹੀ ਪੈਣਾ ਹੈ। ਜੇ ਇਨਕਾਰ ਕਰੂੰਗੇ ਸਿੱਖਣ ਤੋਂ ਤਾਂ ਪ੍ਰੋਬਲਮ ਆ। ਇਸ ਲਈ ਉਹਨੇ ਆਪਣਾ ਨੀਵਾਂ ਕੀਤਾ ਤੇ ਉਹਨੇ ਸਲੀਬ ਦੀ ਮੌਤ ਤੱਕ ਆਗਿਆਕਾਰੀ ਕੀਤੀ, ਮਰਨ ਤੱਕ ਆਗਿਆਕਾਰੀ ਕੀਤੀ ਉਹਨੇ। ਆ ਸਾਡੀ ਪ੍ਰੋਬਲਮ ਆ। ਕੁਝ ਸਮਾਂ ਆਗਿਆਕਾਰੀ ਕਰਦੇ ਆ, ਕੁਝ ਸਮਾਂ ਆਗਿਆਕਾਰੀ ਕਰਦੇ ਆ, ਕੁਝ ਸਮੇਂ ਬਾਅਦ ਭੱਜ ਜਾਂਦੇ ਆ, ਫਿਰ ਕਹਿੰਦੇ ਹੁਣ ਨਹੀਂ, ਹੁਣ ਔਖਾ। ਪ੍ਰਭੂ ਕੀ ਕਹਿੰਦਾ ਹੈ? ਮੇਰੇ ਪੁੱਤਰ ਅੱਕ ਨਾ ਜਾਈਂ। ਕੀ ਨਾ, ਕਿੰਨੇ ਪ੍ਰਭੂ ਦੇ ਬੱਚੇ ਅੱਕ ਗਏ ਆ। ਕਹਿੰਦੇ ਇੰਨੇ ਸਾਲ ਆਗਿਆਕਾਰੀ ਕਰਕੇ ਦੇਖੀ, ਇੰਨੇ ਸਾਲ ਪ੍ਰਾਰਥਨਾ ਕਰਕੇ ਦੇਖੀ, ਇੰਨੇ ਸਾਲ ਪ੍ਰਭੂ ਦੇ ਕੋਲ ਜਾ ਕੇ ਦੇਖਿਆ, ਗੱਲ ਤਾਂ ਬਣੀ ਨਹੀਂ। ਤੂੰ ਕਿਹੜੀ ਗੱਲ ਬਣਾਉਣੀ ਪ੍ਰਭੂ ਕੋਲੋਂ? ਭਾਈ ਕਿਹੜੀ ਗੱਲ ਬਣਾਉਣੀ? ਕੀ ਬਣਾਉਣਾ ਤੂੰ ਪ੍ਰਭੂ ਕੋਲੋਂ? ਕੋਈ ਦੁਨੀਆ ਦਾ ਸਮਾਨ ਬਣਾਉਣਾ? ਕੋਈ ਦੁਨੀਆ ਦੀ ਜੰਗ ਜਿੱਤਣੀ ਆ? ਕੋਈ ਦੁਨਿਆਵੀ ਸਮਾਨ ਚਾਹੀਦਾ? ਅਗਰ ਤੈਨੂੰ ਨਹੀਂ ਮਿਲਿਆ ਤਾਂ ਇਹਦੇ ਵਿੱਚ ਕੋਈ ਪਰਮੇਸ਼ਰ ਦੀ ਮਰਜ਼ੀ ਆ। ਜੇ ਮਿਲ ਜਾਂਦਾ ਤਾਂ ਪਤਾ ਨਹੀਂ ਤੂੰ ਕੀ ਕਰਨਾ। ਹਿਜ਼ਕੀਆ ਤੋਂ ਸਿੱਖੋ। 15 ਸਾਲ ਵਧਵਾ ਲਏ ਉਮਰ ਦੇ, ਵੱਧ ਗਏ, ਪ੍ਰਭੂ ਨੇ ਵਧਾ ਦਿੱਤੇ, ਫਿਰ ਕੀ ਘੱਟ ਲਿਆ? 15 ਸਾਲ ਪਹਿਲਾਂ ਮਰਦਾ ਤਾਂ ਪ੍ਰਭੂ ਕੋਲ ਜਾਣਾ ਸੀ, ਬਾਅਦ ਦੇ ਵਿੱਚ ਗਿਆ ਹੀ ਨਹੀਂ ਪ੍ਰਭੂ ਕੋਲ, ਕਿਉਂਕਿ ਹੋਰ ਚੱਕਰਾਂ ਹੀ ਪੈ ਗਿਆ। ਗੱਲ ਇਹ ਨਹੀਂ ਹੈਗੀ ਕਿ ਪ੍ਰਭੂ ਤੁਹਾਡੇ ਲਈ ਚਮਤਕਾਰ ਕਰਦਾ, ਗੱਲ ਇਹ ਆ ਕੀ ਤੁਸੀਂ ਪ੍ਰਭੂ ਨਾਲ ਹੈਗੇ ਆ, ਕੀ ਪ੍ਰਭੂ ਤੁਹਾਡੇ ਨਾਲ ਹੈਗਾ। ਗੱਲ ਇੰਨੀ ਹੈ।
ਹੁਣ ਜਿਹੜੀ ਆ ਗੱਲ ਆ, ਪ੍ਰਭੂ ਨੇ ਲਿਖਿਆ ਉਹ ਦੁੱਖ ਚੱਲ ਕੇ ਆਗਿਆਕਾਰੀ ਸਿੱਖੀ, ਔਰ ਇਹਦੇ ਲਿਖਿਆ ਉਹ ਆਗਿਆਕਾਰ ਸਲੀਬ ਦੀ ਮੌਤ ਤੱਕ ਬਣਿਆ ਰਿਹਾ। ਉਹ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ ਰਿਹਾ। ਜਿਹੜਾ ਨੀਵਾਂ ਹੋਊਗਾ ਉਹੀ ਆਗਿਆਕਾਰੀ ਕਰੂਗਾ। ਜਿਹੜਾ ਨੀਵਾਂ ਨਹੀਂ ਹੁੰਦਾ ਉਹਨੇ ਆਗਿਆਕਾਰੀ ਕੀ ਕਰਨੀ? ਜਿਹੜਾ ਨੀਵਾਂ ਹੀ ਨਹੀਂ ਹੁੰਦਾ ਉਹਨੇ ਆਗਿਆਕਾਰੀ ਕੀ ਕਰਨੀ? ਇਸ ਲਈ ਅੱਜ ਬੇਨਤੀ ਹੈ, ਯਿਸੂ ਮਸੀਹ ਦੇ ਨਾਮ ਵਿੱਚ ਸਮਝ ਜਾਓ, ਆਗਿਆਕਾਰੀ ਕਰੋ। ਜੇ ਆਗਿਆਕਾਰੀ ਕਰੋਗੇ ਤਾਂ ਤੁਹਾਡਾ ਪਰਮੇਸ਼ਰ ਤੁਹਾਨੂੰ ਬਲੈਸ ਕਰੂਗਾ। ਜੇ ਆਗਿਆਕਾਰੀ ਨਹੀਂ ਕਰੋਗੇ ਤਾਂ ਕੋਈ ਬਲੈਸਿੰਗ ਨਹੀਂ ਆਣੀ। ਬਿਲਕੁਲ ਕਲੀਅਰ ਕੱਟ ਗੱਲ ਹੈਗੀ। ਔਰ ਅੱਜ ਇਸ ਦੁਨੀਆ ਦੇ ਵਿੱਚ ਕੀ ਹੈ, ਅੱਜ ਇਸ ਸੰਸਾਰ ਦੇ ਵਿੱਚ ਕੀ ਹੈ, ਜਦੋਂ ਤੁਸੀਂ ਪ੍ਰਭੂ ਦੇ ਵਚਨ ਨੂੰ ਮੰਨਦੇ ਹੋ, ਪ੍ਰਭੂ ਦੇ ਵਚਨ ਨੂੰ ਪੂਰਾ ਕਰਦੇ ਹੋ, ਅੱਜ ਇਸ ਸੰਸਾਰ ਵਿੱਚ ਕੀ ਹੈ? ਅੱਜ ਇਸ ਸੰਸਾਰ ਦੇ ਵਿੱਚ ਬੜੀ ਸਪਸ਼ਟ ਰੂਪ ਵਿੱਚ ਗੱਲ ਹੈ ਕਿ ਅਸੀਂ ਯਿਸੂ ਦੀਆਂ ਇਹਨਾਂ ਵਿਸ਼ੇਸ਼ਤਾਵਾਂ ਨੂੰ ਆਪਣੇ ਅੰਦਰ ਰੱਖਣਾ ਹੈ। ਜੇ ਅਸੀਂ ਇਹਨਾਂ ਵਿਸ਼ੇਸ਼ਤਾਵਾਂ ਨੂੰ ਆਪਣੇ ਅੰਦਰ ਰੱਖਾਂਗੇ ਤਾਂ ਹੀ ਅਸੀਂ ਕਹਿ ਸਕਦੇ ਉਹਦਾ ਆਤਮਾ ਸਾਡੇ ਵਿੱਚ ਆ, ਤਾਂ ਹੀ ਅਸੀਂ ਕਹਿ ਸਕਦੇ ਉਹਦਾ ਲਹੂ ਸਾਡੇ ਵਿੱਚ ਆ, ਤਾਂ ਹੀ ਅਸੀਂ ਕਹਿ ਸਕਦੇ ਉਹਦਾ ਮਾਸ ਸਾਡੇ ਵਿੱਚ ਆ, ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹਦੇ ਹਾਂ, ਉਹ ਸਾਡਾ ਆ, ਉਹ ਅਤੇ ਮੈਂ ਇੱਕ ਹਾਂ, ਤਾਂ ਹੀ ਕਹਿ ਸਕਦੇ ਹਾਂ। ਜੇ ਸਾਡੇ ਵਿੱਚ ਉਹਦੇ ਵਾਲਾ ਸਮਾਨ ਹੀ ਹੈ ਨਹੀਂਗਾ ਤਾਂ ਫੇਰ ਅਸੀਂ ਇੱਦਾਂ ਕਦੋਂ ਦੇ ਬੜੇ ਹੋ ਜਾਵਾਂਗੇ। ਇਸ ਕਰਕੇ ਵਿਸ਼ਵਾਸ ਤੇ ਆਗਿਆਕਾਰੀ ਬੜੀ ਜ਼ਰੂਰੀ ਹੈ। ਅੱਜ ਕਈ ਵਿਸ਼ਵਾਸ ਦਾ ਪ੍ਰਚਾਰ ਕਰਦੇ ਆ, ਕਈ ਆਗਿਆਕਾਰੀ ਦਾ ਪ੍ਰਚਾਰ ਕਰਦੇ, ਦੋਨੇ ਇੱਕ ਦੂਜੇ ਨਾਲ ਲੜਦੇ ਆ। ਇੱਦਾਂ ਨਾਲ ਕਰੋ ਪਲੀਜ਼। ਬਾਈਬਲ ਨੂੰ ਪੂਰਾ ਸਮਝੋ। ਦੇਖੋ ਪਹਾੜੀ ਉਪਦੇਸ਼ ਆ, ਮਤੀ ਇੰਜੀਲ 5ਵੇਂ ਅਧਿਆਇ ਤੋਂ ਸ਼ੁਰੂ ਹੁੰਦਾ, 7ਵੇਂ ਅਧਿਆਇ ਤੱਕ ਸਿੱਖਿਆ 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 ਹੈ, ਅਖਤਿਆਰ ਵਾਲਾ। 7ਵੇਂ ਅਧਿਆਇ ਦਾ ਟਾਈਟਲ ਲਿਖਿਆ ਮਸੀਹ ਦਾ ਅਖਤਿਆਰ ਵਾਲਾ ਉਪਦੇਸ਼, ਔਰ 8ਵੇਂ ਅਧਿਆਇ ਦਾ ਟਾਈਟਲ ਲਿਖਿਆ ਯਿਸੂ ਦੇ ਅਖਤਿਆਰ ਵਾਲੇ ਕੰਮ। ਦੇਖੋ ਯਿਸੂ ਮਸੀਹ ਅਖਤਿਆਰ ਵਾਲਾ ਉਪਦੇਸ਼ ਵੀ ਕਰਦਾ ਹੈ ਤੇ ਯਿਸੂ ਮਸੀਹ ਅਖਤਿਆਰ ਵਾਲੇ ਕੰਮ ਵੀ ਕਰਦਾ ਹੈ। ਉਪਦੇਸ਼ ਵੀ ਕਰੋ, ਵਿਸ਼ਵਾਸ ਵੀ ਕਰੋ, ਠੀਕ ਪ੍ਰਚਾਰ ਕਰੋ, ਪਰ ਠੀਕ ਬਚਨ ਪਾਲਣ ਵੀ ਕਰੋ। ਬਚਨ ਸੁਣਾਓ, ਬਚਨ ਸਿੱਖੋ, ਬਚਨ ਸਿਖਾਓ ਔਰ ਬਚਨ ਦਾ ਪਾਲਣ ਕਰੋ। ਬਹੁਤ ਸਾਰੇ ਇतना ਹੀ ਸਮਝਦੇ ਆ ਕਿ ਮੇਰੇ ਦੁਆਰਾ ਚਮਤਕਾਰ ਹੁੰਦੇ ਆ ਤਾਂ ਮੈਂ ਠੀਕ ਆ, ਓਕੇ ਆ। ਇੱਦਾਂ ਨਹੀਂ ਹੈਗਾ ਮੇਰੇ ਭੈਣ ਭਰਾ, ਇੰਨਾ ਜ਼ਰੂਰੀ ਨਹੀਂ ਹੈਗਾ। ਕੇਵਲ ਵਿਸ਼ਵਾਸ ਨਾਲ ਚਮਤਕਾਰ ਹੋ ਜਾਣੇ, ਬਿਲਕੁਲ ਹੋ ਜਾਣੇ, ਕੋਈ ਸ਼ੱਕ ਨਹੀਂ, ਹੋ ਜਾਣੇ। ਵਿਸ਼ਵਾਸ ਦੁਆਰਾ ਚਮਤਕਾਰ ਹੋ ਜਾਣੇ। ਹੁਣ ਅਗਲੀ ਜਿਹੜੀ ਗੱਲ ਆ ਆਗਿਆਕਾਰੀ ਦੀ। ਅਗਰ ਆਗਿਆਕਾਰੀ ਨਹੀਂ ਹੈਗੀ ਤੇ ਪ੍ਰਭੂ ਦੇ ਪਿਆਰ ਵਿੱਚ ਪੂਰੇ ਨਹੀਂ ਹੈਗੇ, ਸਿੱਧ ਨਹੀਂ ਹੈਗੇ, ਸੰਪੂਰਨ ਨਹੀਂ ਹੈਗੇ, ਪ੍ਰਭੂ ਨਾਲ ਜਾ ਨਹੀਂ ਸਕਦੇ, ਪ੍ਰਭੂ ਨਾਲ ਰਹਿ ਨਹੀਂ ਸਕਦੇ, ਉਹਦੇ ਪਰਮ ਧਾਮ ਦੇ ਨਿਵਾਸੀ ਨਹੀਂ ਬਣ ਸਕਦੇ। ਇਸ ਲਈ ਮੇਰੇ ਭੈਣ ਭਰਾਓ, ਅੱਜ ਇਸ ਗੱਲ ਨੂੰ ਸਮਝ ਜਾਓ ਕਿ ਲੜੋ ਨਾ। ਇੱਕ ਕਹਿੰਦਾ ਬਸ ਤੋਬਾ ਦਾ ਪ੍ਰਚਾਰ ਕਰਨਾ, ਚਿੰਨ ਚਮਤਕਾਰ ਤਾਂ ਹੋਣਾ ਹੀ ਨਹੀਂ, ਕਰਨਾ ਹੀ ਨਹੀਂ। ਕਈ ਤਾਂ ਇੰਨੇ ਗਾਂਹ ਵੱਧ ਗਏ, ਕਹਿੰਦੇ ਯਿਸੂ ਮਸੀਹ ਚਮਤਕਾਰ ਕਰਦਾ ਹੀ ਨਹੀਂ, ਹੁਣ ਪਹਿਲਾਂ ਕਰਦਾ ਹੁੰਦਾ ਸੀ। ਕੀ ਕਹਿੰਦੇ ਚਿੰਨ ਚਮਤਕਾਰ ਤਾਂ ਦੁਸ਼ਟ ਆਤਮਾ ਹੀ ਕਰਦਾ ਸਾਰੇ। ਜਾਣ ਦਿਓ ਭਾਈ, ਟਿਕੇ ਰਹੋ ਕਿਸੇ ਜਗ੍ਹਾ 'ਤੇ, ਕਿਸੇ ਗੱਲ ਨੂੰ ਬਣ ਲੈਣ ਦਿਓ ਠੀਕ ਤਰੀਕੇ ਨਾਲ। ਦੇਖੋ ਯਿਸੂ ਮਸੀਹ ਤੋਂ ਜ਼ਿਆਦਾ ਤਾਂ ਕੋਈ ਨਹੀਂ ਹੈਗਾ ਜਿਹ ਤੋਂ ਆਪਾਂ ਸਿੱਖ ਸਕੀਏ। ਯਿਸੂ ਨੇ ਪ੍ਰਚਾਰ ਕੀਤਾ ਠੋਕ ਕੇ, ਤੋਬਾ ਕਰਾਈ ਠੋਕ ਕੇ, ਔਰ ਯਿਸੂ ਮਸੀਹ ਨੇ ਚਿੰਨ ਚਮਤਕਾਰ ਵੀ ਠੋਕ ਕੇ ਕੀਤੇ। ਚੇਲਿਆਂ ਨੇ ਪ੍ਰਚਾਰ ਕੀਤਾ ਤੋਬਾ ਦਾ ਵਧੀਆ ਨੂੰ ਅਵਲ ਨੰਬਰ ਦਾ, ਔਰ ਯਿਸੂ ਦੇ ਨਾਮ ਵਿੱਚ ਚਿੰਨ ਚਮਤਕਾਰ ਵੀ ਅਵਲ ਨੰਬਰ ਦੇ ਕੀਤੇ। ਭਾਈ ਤੁਸੀਂ ਕਿਹੜੀ ਹੁਣ ਬਾਈਬਲ ਲੋਕਾਂ ਨੂੰ ਸਿਖਾਉਂਦੇ ਆ ਤੇ ਲੋਕਾਂ ਅੱਗੇ ਬੇਨਤੀ ਹੈ, ਤੁਸੀਂ ਕਿਹੜੀ ਸਿੱਖਦੇ ਆ ਬਾਈ? ਉਹ ਸਿੱਖੋ ਜਿਹੜੀ ਪਰਮੇਸ਼ਰ ਦੀ ਹੈ, ਪਰਮੇਸ਼ਰ ਦਾ ਵਚਨ ਹੈ। ਪਤਾ ਨਹੀਂ ਕਿਹੜੀਆਂ ਕਿਤਾਬਾਂ ਬੰਦਿਆਂ ਨੇ ਲਿਖੀਆਂ, ਸਾਰੀਆਂ ਕਿਤਾਬਾਂ ਸਹੀ ਨਹੀਂ ਹੈਗੀਆਂ ਜਿੰਨੀਆਂ ਬੰਦਿਆਂ ਨੇ ਲਿਖੀਆਂ ਹੋਈਆਂ, ਤੇ ਸਾਰੇ ਸਰਮਨ ਵੀ ਸਹੀ ਨਹੀਂ ਹੈਗੇ। ਪਤਾ ਨਹੀਂ ਕਿਹੜੇ ਹਿਸਾਬ ਨਾਲ ਕੋਈ ਬੋਲੀ ਜਾਂਦਾ। ਦੇਖੋ ਦੋਨੋਂ ਹਿੱਸੇ ਲੈ ਕੇ ਚੱਲੋ। ਸਿਆਣੇ ਕਹਿੰਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਤੇ ਹੁੰਦੇ ਵੀ ਆ। ਇੱਕੋ ਪਹਿਲੂ ਲੈ ਕੇ ਚੱਲੋ। ਸਿੱਕੇ ਦੋਨੋਂ ਹਿੱਸੇ, ਦੋਨੇ ਪਹਿਲੂ ਸਹੀ ਚਾਹੀਦੇ ਤਾਂ ਸਿੱਕਾ ਚੱਲਣਾ। ਤਾਂ ਜੇ ਅੱਧਾ ਸਿੱਕੇ ਦੋ ਜੋੜੇ ਹੁੰਦੇ ਇੱਦਾਂ, ਅੱਧਾ ਸਿੱਕਾ ਲੈ ਕੇ ਤੁਰੇ, ਇੱਕ ਪਹਿਲੂ ਲੈ ਕੇ ਤੁਰੇ, ਚੱਲਣਾ ਨਹੀਂ ਹੈਗਾ, ਉਹਦਾ ਕੁਛ ਨਹੀਂ ਆਉਣਾ ਹੈਗਾ। ਸਿੱਕੇ ਦਾ ਉਦੋਂ ਹੀ ਕੁਛ ਆਉਣਾ ਜਦੋਂ ਸਿੱਕਾ ਜੁੜਿਆ ਹੋਊਗਾ, ਦੋਨੋਂ ਪਾਸੇ ਉਹਦੇ ਜਿਹੜੇ ਸਾਡੇ ਕੰਮ ਆਉਣਗੇ। ਇਸ ਲਈ ਜਿਹੜੇ ਕੇਵਲ ਵਿਸ਼ਵਾਸ ਦਾ ਪ੍ਰਚਾਰ ਕਰਦੇ, ਚਿੰਨ ਚਮਤਕਾਰਾਂ ਦਾ ਪ੍ਰਚਾਰ ਕਰਦੇ, ਉਹਨਾਂ ਦੇ ਅੱਗੇ ਬੇਨਤੀ ਆ ਸਿੱਖਿਆ ਵੀ ਦਿਓ, ਪ੍ਰਭੂ ਦੀ ਸਿੱਖਿਆ ਵੀ ਦਿਓ। ਔਰ ਕਲੀਸਿਆ ਅੱਗੇ ਬੇਨਤੀ, ਜਿਹੜੇ ਕੇਵਲ ਚਿੰਨ ਚਮਤਕਾਰ 'ਤੇ ਚੱਲਦੇ ਆ, ਉਹ ਸਿੱਖਿਆ 'ਤੇ ਵੀ ਚੱਲੋ, ਆਗਿਆਕਾਰੀ 'ਤੇ ਵੀ ਚੱਲੋ। ਯਾਕੂਬ ਝੂਠ ਨਹੀਂ ਬੋਲਦਾ, ਯਾਕੂਬ ਸੱਚ ਬੋਲਦਾ ਹੈ ਕਿ ਅਮਲਾਂ ਤੋਂ ਬਿਨਾਂ ਨਿਸ਼ਚਾ ਮਰੀ ਹੋਈ ਹੈ। ਉਹ ਸੱਚ ਬੋਲਦਾ, ਉਹ 'ਚ ਕੋਈ ਸ਼ੱਕ ਨਹੀਂ। ਤੁਹਾਨੂੰ ਕਿੱਦਾਂ ਪਤਾ ਲੱਗਣਾ ਕਿ ਤੁਹਾਡੀ ਨਿਸ਼ਚਾ ਮਰੀ ਹੋਈ ਆ? ਜਿੱਦਣ ਯਿਸੂ ਮਸੀਹ ਨੇ ਲੈਣ ਆਉਣਾ
तो उन्हें तुहानूं कहना परे हो जाओ, मैं तुहानूं लैके आना। तुसीं अपने आप उहदे अगे आके आने की कोशिश करनी और कहना प्रभु जी असीं तेरा नाम लैके भूत कड्ढदे ही, बीमार चंगे करदे ही, चिन्ह चमत्कार करदे ही, किन्ना कुछ साडे विच सीगा, हस्तियां शक्तियां सीगियां, तो हुण तूं कहंदा तैनूं नाल नहीं ले जाना। प्रभु कहता है बुरियारो, मैं कहूँगा है बुरियारो मेरे को चले जाओ। ये क्यों कहूँगा? विश्वास किया सी ठीक है, पर तोबा ठीक नहीं सी कीती, आग्याकारी ठीक नहीं सी कीती, प्रभु नाल तेरा चाल चलन ठीक नहीं सीगा, प्रभु नाल तेरा उठना बैठना आना जाना ठीक नहीं सीगा। ये प्रॉब्लम सी। इसलिए मेरे भैन भ्राओ अज इस गल नूं समझ जाओ कि इस प्रॉब्लम तो बाहर आ जाओ यीशु दे सामर्थी नाम विच। यीशु दे सामर्थी नाल इस प्रॉब्लम तो बाहर आ जाओ। जो यीशु दे सामर्थी नाल इस प्रॉब्लम तो बाहर आ जाओगे, तुहाडा परमेश्वर तुहाडी ठीक ठीक अगवाई करूगा, तुहानूं ठीक ठीक सिखाऊगा, तुसीं ठीक ठीक अगे वधोगे। तुहाडा परमेश्वर तुहानूं बहुत प्यार करदा है, पर उहदा वचन पूरा पूरा आ, उहदे विच पूरी सामर्थ आ और पूरा करैक्टर है, उहदा करैक्टर पूरा है, पूरा प्रेम है, पूरी शांति है, पूरा जलाल है, पूरी कुदरत है। इसलिए इत्थे देखो की गल है, इस गल नूं समझो प्लीज़, इस गल नूं समझो। अगर तुसीं इस गल नूं समझ जाओगे तुहाडा परमेश्वर तुहानूं बिल्ड कर दूगा, रियल बिल्ड कर दूगा तुहानूं। देखो उन्हें त्याग दिता, इत्थे असीं बचन नूं पढ़िया, उन्हें त्याग्या उन्हें। इहनूं तुसीं अगर सीखना चाहो तां, इहनूं अगर सीखना चाहो तां यीशु दे करैक्टर दे विच इह गल जमीन ते पाई गई। एक दिन यीशु भुखा सी, मत्ती दी इंजील 4 अध्याय दसदा है, एक दिन यीशु भुखा सी, बड़े क्लीयर भाषा में लिखा यीशु भुखा सी। मत्ती इंजील 4 अध्याय पहले वचन तो पढ़ते हैं, मत्ती इंजील 4 अध्याय पहले वचन तो पढ़ते हैं। तद यीशु आत्मा की अगवाई नाल उजाड़ विच गया भी शैतान कोलों परताया जावे, अते जां 40 दिन ते 40 रात वर्त रखिया तां ओड़क उहनूं भुख लगी। 40 दिन 40 रात वर्त रखिया तो फिर यीशु मसीह नूं भुख लग गई। तो उजाड़ में यीशु की करन दे लई गया कि शैतान कोलों परताया जावे, जान बुझ के उत्थे गया, जान बुझ के यीशु उजाड़ विच गया, इकल्ला गया तां कि उत्थे यीशु की अजमैश होवे, अजमैश होवे, वो परखिया गया आ। उदा ही नहीं यीशु मसीह मुक्तिदाता बन गया, इदा नहीं लिखा कि उन्हें दुख झल के आज्ञाकारी सीखी, एवं नहीं लिखा है, ये सच लिखा। तो अज ये गल बड़ी स्पष्ट रूप से इदा आ, बड़ी स्पष्ट रूप से इदा आ कि वह जानबूझ के उत्थे गया, पवित्र आत्मा की अगवाई में गया और 40 दिन 40 रात वर्त रखिया तो फिर उन्होंने भुख लग गई। तद परताउण वाले ने कोल आण के उन्होंने कहा, जे तू परमेश्वर का पुत्र है तो कहो जो ये पत्थर रोटियां बन जाण। फिर परताउण वाले शैतान ने कोल आण के कहा, जे तू परमेश्वर का पुत्र है तो पत्थरां नूं कह रोटियां बन जाण। वो तो परमेश्वर का पुत्र ही सी, उन्होंने कहा मैं तेनों साबित करके दसदा कि मैं परमेश्वर का पुत्र ही हाँ। उन्हें की किया, पर उन्हें उत्तर दिता, लिखा है कि इंसान निरी रोटी नाल ही जिउंदा नहीं रहेगा, पर हरेक वाक नाल जिहड़ा परमेश्वर के मुखों निकलता है। ये गल तुसीं देखो, प्रभु कहंदा मेरे पिता का वचन ये आ कि इंसान निरा रोटी नाल जिउंदा नहीं रहेगा, बल्कि परमेश्वर के शब्द नाल जिउंदा रहेगा। शब्द तो शब्द नाल जिउंदा, और वह भावें वो इंसान बन गया, पर वह की कहंदा मेरा शरीर मेरे पिता के शब्द नाल जिंदा रहूगा, रोटियां नाल ही नहीं। पर यीशु नूं भुख भी लगी सी, यीशु नूं भुख लगी सीगी, पर उन्हें अपने वास्ते रोटियां नहीं बनाईयां। यीशु नूं भुख लगी सीगी, पर उन्हें अपने वास्ते रोटियां नहीं बनाईयां। जो उन्हें अपने वास्ते रोटियां नहीं बनाईयां, ये गल दसदी है, ये गल दसदी है कि उन्हें अपने आप का त्याग किया, उन्हें अपने आप वास्ते चमत्कार नहीं किया। वो कितनी मर्जी भुख लगी सी भावें, पर उन्हें अपने आप वास्ते चमत्कार नहीं किया, बिल्कुल नहीं किया। पर अगली गल जी है, मत्ती इंजील उसका 15वां अध्याय 32 वचन तो सानूं एक उदाहरण मिलती है। मत्ती इंजील 15 अध्याय 32 वचन तो एक उदाहरण है, इत्थे एक वार्ता है। तद यीशु ने अपने चेलियां नूं कोल सद के कहा, मैनूं लोकां उत्ते तरस आउंदा है, क्यों जो वो 3 दिनों तो मेरे नाल रहिंदे हन अते उन्हां दे कोल खाण नूं कुਝ नहीं, अते मैं नहीं चाहुंदा जो उन्हां नूं भुखियां विद्या करां, मते वो रस्ते विच हुस जाण। देखो यीशु की गल की है, यीशु ने अपने लिए कोई चमत्कार नहीं किया, वो भुखा क्यों 40 दिन 40 रातों का भुखा सी। 40 दिन 40 रातों का भुखा यीशु अपने लिए रोटियां नहीं बना रहा, पर लोकी 3 दिन के भुखे उस तो बर्दाश्त नहीं हो रहे।
3 ਦਿਨ ਦੇ ਭੁੱਖਿਆਂ ਬਾਰੇ ਉਹ ਇਹ ਕਹਿ ਰਿਹਾ, ਇਹਨਾਂ ਨੂੰ ਭੁੱਖਿਆਂ ਵਿਦਿਆ ਨਹੀਂ ਕਰਨਾ, ਕਿਤੇ ਇਦਾਂ ਨਾ ਹੋਵੇ ਕਿ ਰਸਤੇ ਵਿੱਚ ਜਾ ਕੇ ਡਿੱਗ ਡੁੱਗ ਪੈਣ। ਅੱਜ ਮੇਰੇ ਭੈਣ ਭਰਾ, ਦੇਖੋ ਯਿਸੂ ਨੂੰ, ਦੇਖੋ ਯਿਸੂ ਨੂੰ, ਸਿੱਖੋ ਯਿਸੂ ਤੋਂ। ਉਹ ਕਿੱਦਾਂ ਦਾ ਆ, ਉਹਦੇ ਅੰਦਰ ਕੀ ਆ। ਆਪਣੇ ਵਾਸਤੇ ਚਮਤਕਾਰ ਨਹੀਂ ਕੀਤਾ ਉਹਨੇ, ਆਪਣੇ ਵਾਸਤੇ ਰੋਟੀਆਂ ਨਹੀਂ ਬਣਾਈਆਂ, ਹਾਲਾਂਕਿ 40 ਦਿਨ 40 ਰਾਤ ਤੋਂ ਭੁੱਖਾ ਆ। ਜਿਹੜੇ 40 ਦਿਨ 40 ਰਾਤ ਦੇ ਵਰਤ ਰੱਖਦੇ ਉਹਨੂੰ ਪਤਾ ਆ ਰਾਤ ਦਿਨ ਦੇ ਵਰਤ ਰੱਖਣ ਤੋਂ ਬਾਅਦ ਕੀ ਹੁੰਦਾ। ਪਰ 3 ਦਿਨ ਦੇ ਭੁੱਖੇ ਲੋਕ ਉਹ ਤੋਂ ਬਰਦਾਸ਼ਤ ਨਹੀਂ ਹੋ ਰਹੇ। ਉਹ ਕਹਿੰਦਾ ਰੋਟੀ ਖਿਲਾਓ, ਔਰ ਯਿਸੂ ਨੇ ਰੋਟੀ ਖਿਲਾਈ, ਰੱਜ ਕੇ ਖਿਲਾਈ, ਔਰ ਬਚੇ ਵੀ ਪਦਾਰਥ। ਇਹਦਾ ਮਤਲਬ ਕੀ ਹੈ? ਉਹਨੇ ਤਿਆਗ ਕੀਤਾ। ਉਹਨੇ ਆਪਣੇ ਆਪ ਵਾਸਤੇ ਕੁਛ ਨਹੀਂ ਕੀਤਾ, ਉਹਨੇ ਆਪਣੇ ਲਈ ਕੁਛ ਨਹੀਂ ਕੀਤਾ। ਉਹਨੇ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ, ਮਾਨਵ ਜਾਤੀ ਦੀ ਸੇਵਾ ਕੀਤੀ, ਉਹਨੇ ਪਾਪੀਆਂ ਦੀ ਸੇਵਾ ਕੀਤੀ, ਦੁਖੀਆਂ ਲਾਚਾਰਾਂ ਦੀ ਸੇਵਾ ਕੀਤੀ, ਡਿੱਗੀਆਂ ਢਹਿੰਦਿਆਂ ਦੀ ਸੇਵਾ ਕੀਤੀ। ਜਦੋਂ ਉਹਨੇ ਸੇਵਾ ਕੀਤੀ, ਉਸ ਸੇਵਾ ਵਿੱਚੋਂ ਕੀ ਨਿਕਲਿਆ? ਅਨੰਤ ਅਨੰਤ ਜੀਵਨ, ਅਨੰਤ ਅਨੰਤ ਆਦਰ ਨਿਕਲਿਆ। ਅਨੰਤਤਾ ਨਿਕਲੀ ਮਾਨਵ ਜਾਤੀ ਲਈ ਉਹਦੇ ਵਿੱਚੋਂ। ਇਹ ਤਾਂ ਮਾਨਵ ਜਾਤੀ ਸਦਾ ਲਈ ਮਰ ਜਾਣੀ ਸੀ, ਕਦੀ ਵੀ ਨਹੀਂ ਉੱਠਣੀ ਸੀ। ਪ੍ਰਭੂ ਦਾ ਧੰਨਵਾਦ ਹੈ, ਇੱਦਾਂ ਹੋ ਗਿਆ। ਔਰ ਉਹਨੇ ਆਪਣੇ ਤਿਆਗਿਆ, ਉਹਨੇ ਤਿਆਗ ਕੀਤਾ। ਉਹਨੇ ਆਪਣੇ ਆਪ ਲਈ ਕੁਝ ਨਹੀਂ ਬਣਾਇਆ। ਉਹਨੇ ਕਿਹਾ ਆਕਾਸ਼ ਦੇ ਪੰਛੀਆਂ ਦੇ ਆਲ੍ਹਣੇ ਆ, ਲੂੰਬੜੀਆਂ ਦੇ ਘੁਰਨੇ ਆ, ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨੇ ਨੂੰ ਥਾਂ ਨਹੀਂ। ਹੁਣ ਪ੍ਰਭੂ ਭੋਜ ਕਰਨਾ, ਉਹ ਕਹਿੰਦਾ ਕਿੱਥੇ ਕਰੀਏ ਚੇਲੇ? ਕਹਿੰਦੇ ਉਹ ਕਹਿੰਦਾ ਫਲਾਣੇ ਬੰਦੇ ਦੇ ਘਰ 'ਚ। ਕਿਸੇ ਦੇ ਘਰ ਆ, ਯਿਸੂ ਦਾ ਥੋੜ੍ਹੀ ਆ। ਉੱਥੇ ਪ੍ਰਭੂ ਭੋਜ ਕਰਨ, ਕਿਸੇ ਦੇ ਘਰ ਦੇ ਵਿੱਚ ਸ਼ਰਨ ਲੈ ਕੇ ਪ੍ਰਭੂ ਭੋਜ ਕਰਨਗੇ। ਅੱਜ ਵੀ ਪ੍ਰਭੂ ਦਾ ਦਾਸ ਪੌਲਸ ਕਹਿੰਦਾ ਅਸੀਂ ਮਾਰੇ ਫਿਰਦੇ ਹਾਂ। ਕਹਿੰਦਾ ਅੱਜ ਵੀ ਜਿਹੜੇ ਪ੍ਰਭੂ ਦੇ ਸੱਚੇ ਦਾਸ ਆ, ਜਿਹੜੇ ਇਮਾਨਦਾਰੀ ਨਾਲ ਕੰਮ ਕਰ ਰਹੇ ਆ, ਮਾਰੇ ਫਿਰ ਰਹੇ, ਮਾਰੇ ਫਿਰ ਰਹੇ ਆ। ਜਿਹੜੇ ਮਾਰੇ ਫਿਰਦੇ ਆ, ਮੈਂ ਕਲੀਸਿਆ ਤੁਹਾਡੇ ਅੱਗੇ ਬੇਨਤੀ ਕਰਦਾ, ਤੁਸੀਂ ਉਹਨਾਂ ਨੂੰ ਦਾਸ ਨਹੀਂ ਸਮਝਦੇ ਜਿਹੜੇ ਮਾਰੇ ਫਿਰਦੇ ਆ, ਭੁੱਖੇ ਫਿਰਦੇ ਆ, ਨੰਗੇ ਫਿਰਦੇ ਆ, ਧਿਆਏ ਫਿਰਦੇ ਆ, ਬਿਨਾਂ ਸਾਧਨਾਂ ਤੋਂ ਫਿਰਦੇ ਆ। ਤੁਸੀਂ ਉਹਨਾਂ ਨੂੰ ਦਾਸ ਨਹੀਂ ਸਮਝਦੇ। ਤੁਸੀਂ ਦਾਸ ਸਮਝਦੇ ਆ ਅਮੀਰ ਦਾਸਾਂ ਨੂੰ, ਦਾਸ ਸਮਝਦੇ ਗੱਡੀਆਂ ਵਾਲਿਆਂ ਨੂੰ, ਦਾਸ ਸਮਝਦੇ ਆ ਵੱਡੇ ਚਿੱਟੇ ਕੱਪੜੇ ਪਾ ਕੇ ਘੁੰਮਣ ਵਾਲਿਆਂ ਨੂੰ, ਵਧੀਆ ਆਇਆ ਨੂੰ ਕੋਟ ਪੈਂਟ ਟਾਈਆਂ ਲਾ ਕੇ ਘੁੰਮਣ ਵਾਲਿਆਂ ਨੂੰ ਤੁਸੀਂ ਵੀ ਦਾਸ ਸਮਝਦੇ ਆ। ਅਤੇ ਮਾੜੇ ਬੰਦੇ ਨੂੰ ਦਾਸ ਨਹੀਂ ਤੁਸੀਂ ਵੀ ਸਮਝਦੇ। ਔਰ ਫਰੀਸੀਆਂ ਨੇ ਵੀ, ਯਹੂਦੀਆਂ ਨੇ ਵੀ ਯਿਸੂ ਨੂੰ ਦਾਸ ਨਹੀਂ ਸਮਝਿਆ, ਯਿਸੂ ਨੂੰ ਮੁਕਤੀਦਾਤਾ ਨਹੀਂ ਸਮਝਿਆ। ਕਿਉਂ ਨਹੀਂ ਸਮਝਿਆ? ਕਿਉਂਕਿ ਉਹਨੇ ਦੇਖਿਆ ਘਟੀਆ ਜਿਹਾ ਬੰਦਾ ਆ, ਇਹਦਾ ਕੀ ਸਟੇਟਸ, ਇਹਦੀ ਕੀ ਰੈਪੂਟੇਸ਼ਨ ਆ। ਅੱਜ ਵੀ ਸਾਡੀ ਪਹਿਚਾਣ, ਚਾਹੇ ਕੋਈ ਸਮਝੇ ਚਾਹੇ ਨਾ ਸਮਝੇ, ਚਾਹੇ ਕੋਈ ਬਣਾਵੇ ਚਾਹੇ ਨਾ ਬਣਾਵੇ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ, ਅਸੀਂ ਪਰਮੇਸ਼ਰ ਦੇ ਅੱਗੇ ਸਹੀ ਹੋਣੇ ਚਾਹੀਦੇ, ਪਰਮੇਸ਼ਰ ਅੱਗੇ ਸਹੀ ਹੋਣੇ ਚਾਹੀਦੇ। ਔਰ ਯਿਸੂ ਪਰਮੇਸ਼ਰ ਅੱਗੇ ਸਹੀ ਪਾਇਆ ਗਿਆ। ਉਹ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ। ਔਰ 9 ਵਚਨ ਤੋਂ ਵਚਨ ਦੱਸਦਾ ਹੈ, ਇਸ ਕਾਰਨ ਪਰਮੇਸ਼ਰ ਨੇ ਵੀ ਉਸਨੂੰ ਅਤ ਉੱਚਿਆਂ ਕੀਤਾ ਅਤੇ ਉਸਨੂੰ ਉਹ ਨਾਮ ਦਿੱਤਾ ਜਿਹੜਾ ਸਾਰੇ ਨਾਮਾਂ ਤੋਂ ਉੱਤਮ ਹੈ। ਥੈਂਕ ਯੂ। ਇਸ ਕਾਰਨ, ਕਿਹੜੇ ਕਾਰਨ? ਕਿ ਸਲੀਬ ਦੀ ਮੌਤ ਤੱਕ ਉਹ ਆਗਿਆਕਾਰ ਬਣਿਆ। ਇਸ ਕਾਰਨ ਕੀ ਕਾਰਨ ਹੈ ਕਿ ਯਿਸੂ ਨਾਮ ਐਡਾ ਵੱਡਾ ਨਾਮ ਬਣ ਗਿਆ। ਅੱਜ ਬਹੁਤ ਸਾਰੇ ਲੋਕ ਕਹਿੰਦੇ ਤੁਸੀਂ ਯਿਸੂ ਦਾ ਨਾਮ ਕਹਿੰਦੇ ਰਹਿੰਦੇ, ਯਿਸੂ ਦਾ ਨਾਮ ਕਹਿੰਦੇ ਰਹਿੰਦੇ, ਯਿਸੂ ਕਰਦੇ ਰਹਿੰਦੇ, ਹੋਰ ਕੋਈ ਨਹੀਂ ਇਹ ਬਚਾ ਸਕਦਾ। ਹੱਥ ਜੋੜ ਕੇ ਬੇਨਤੀ ਕਰਦਾ, ਸਮਝੋ ਇਸ ਗੱਲ ਨੂੰ। ਯਿਸੂ ਨੇ ਕੀਤਾ ਕੀ ਇਹ ਤਾਂ ਦੇਖ ਲਓ, ਕੀਤਾ ਕੀ ਇਹ ਤਾਂ ਦੇਖ ਲਓ। ਤੁਸੀਂ ਆਪ ਫਰਕ ਕਰਕੇ ਦੇਖ ਲਓ। ਤੁਸੀਂ ਆਪ ਪੜ੍ਹ ਲਓ ਯਿਸੂ ਦੀ ਬਾਇਓਗ੍ਰਾਫੀ, ਤੁਸੀਂ ਆਪ ਪੜ੍ਹ ਲਓ ਯਿਸੂ ਦੇ ਕੰਮ, ਤੁਸੀਂ ਆਪ ਪੜ੍ਹ ਲਓ ਯਿਸੂ ਦੀ ਕੁਰਬਾਨੀ, ਪੜ੍ਹ ਲਓ। ਤੁਸੀਂ ਦੇਖੋਗੇ ਯਿਸੂ ਦੀ ਮੌਤ ਕਿਸ ਲਾਈਨ ਤੇ ਹੋਈ ਹੈ, ਕਿਸ ਲੈਂਥ ਤੇ ਯਿਸੂ ਚੱਲਿਆ, ਕਿਸ ਕ੍ਰਾਈਟੇਰੀਆ ਵਿੱਚ ਯਿਸੂ ਰਿਹਾ, ਯਿਸੂ ਨੇ ਕੀ ਕੀਤਾ। ਤੁਸੀਂ ਦੇਖ ਲਓਗੇ, ਤੁਸੀਂ ਪੜ੍ਹ ਕੇ ਦੇਖੋ, ਸਮਝਣ ਦੀ ਕੋਸ਼ਿਸ਼ ਕਰਕੇ ਦੇਖੋ, ਦੁਆ ਨਾਲ ਸਿੱਖੋ, ਪ੍ਰਾਰਥਨਾ ਨਾਲ ਸਿੱਖੋ, ਯਿਸੂ ਤੋਂ ਸਿੱਖੋ। ਉਹ ਤੁਹਾਨੂੰ ਸਿਖਾਏਗਾ, ਉਹ ਤੁਹਾਨੂੰ ਦੱਸੇਗਾ ਕਿ ਮੇਰੇ ਬੇਟਾ ਮੇਰੀ ਆਹ ਹਾਲਤ ਹੈ, ਦੇਖ ਮੇਰਾ ਦਿਲ, ਦੇਖ ਮੇਰਾ ਦਿਲ, ਦੇਖ ਮੇਰੇ ਹੱਥ ਪੈਰ, ਦੇਖ ਮੇਰੀ ਜ਼ਿੰਦਗੀ, ਦੇਖ ਮੇਰਾ ਜੀਵਨ, ਦੇਖ ਮੈਨੂੰ। ਕਿਹਨੂੰ ਦੇਖਦੇ ਆ ਤੁਸੀਂ?
यीशु ਨੂੰ ਦੇਖੋ, ਕਿਉਂਕਿ ਵਚਨ ਇਹੀ ਕਹਿੰਦਾ ਹੈ ਯੀਸ਼ੂ ਨੂੰ ਤੱਕਦੇ ਰਹੋ। ਜੇ ਕਿ ਹੋਰ ਨੂੰ ਤੱਕੂਗੇ ਤਾਂ ਸਮੱਸਿਆ 'ਚ ਪੈ ਜਾਊਗੇ। ਯੀਸ਼ੂ ਨੂੰ ਤੱਕਦੇ ਰਹੋ। ਸਾਰੇ ਦੁੱਖ ਚੱਲਣ ਤੋਂ ਬਾਅਦ ਉਹਨੂੰ ਉਹ ਨਾਮ ਮਿਲਿਆ ਜਿਹੜਾ ਸਾਰੇ ਨਾਮਾਂ ਤੋਂ ਉੱਤਮ ਹੈ। ਇਹ ਨਾਮ ਯੀਸ਼ੂ ਨਾਮ ਐਵੇਂ ਨਹੀਂ ਮਹਿਮਾ ਪਾਉਂਦਾ, ਉਹਦੇ ਵਿੱਚ ਬਹੁਤ ਕੁਛ ਹੈ। ਉਸ ਨਾਮ ਦੇ ਵਿੱਚ ਬਹੁਤ ਕੁਛ ਆ। ਜਿਹਦਾ ਉਹ ਨਾਮ ਆ ਉਹਦੇ ਵਿੱਚ ਸਭ ਕੁਝ ਆ, ਸਭ ਕੁਛ ਹੈ ਉਹਦੇ ਵਿੱਚ। ਜਿਹਦਾ ਨਾਮ ਯੀਸ਼ੂ ਆ, ਸਭ ਕੁਛ ਉਹਦੇ ਵਿੱਚ ਆ। ਕੁਛ ਨਹੀਂ ਹੈਗਾ ਜਿਹੜਾ ਤੁਸੀਂ ਕਹੋਗੇ ਉਹਦੇ ਵਿੱਚ ਹੈ ਨਹੀਂ, ਸਭ ਕੁਛ ਉਹਦੇ ਵਿੱਚ ਆ। ਇਸ ਕਰਕੇ ਲਿਖਿਆ ਸਾਰੇ ਦਾ ਸਾਰਾ ਮਨ ਪਾਉਣਾ ਤੇ ਸੋਹਣਾ। ਜਿੰਨਾ ਅਸੀਂ ਉਹਨੂੰ ਜਾਣਦੇ ਜਾਂਦੇ ਆ ਨਾ, ਉਨਾ ਹੀ ਕਹਿੰਦੇ ਜਾਂਦੇ ਵਾਹ ਪਰਮੇਸ਼ਵਰ, ਵਾਹ ਵਾਹ। ਪੌਲਸ ਨੂੰ ਸਮਝ ਲੱਗੀ ਇੱਕ ਦਿਨ ਥੋੜ੍ਹੀ ਜਿਹੀ ਗੱਲ ਦੀ। ਉਹ ਕਹਿੰਦਾ ਵਾਹ ਪਰਮੇਸ਼ਵਰ, ਤੇਰਾ ਗਿਆਨ, ਤੇਰਾ ਧਨ ਇੰਨਾ ਡੂੰਘਾ ਆ ਤੂੰ। ਮੈਂ ਤਾਂ ਤੈਨੂੰ ਓਪਰਾ ਜਿਹਾ ਸਮਝਦਾ ਸੀ। ਕਿੰਨੇ ਬੰਦੇ ਓਪਰੇ ਜਿਹਾ ਸਮਝਦੇ ਆ। ਛਾਲ ਨਹੀਂ ਮਾਰੀ ਅਜੇ ਤੱਕ ਪਾਣੀ 'ਚ, ਪਤਾ ਨਹੀਂ ਉਹਨਾਂ ਨੂੰ ਪਾਣੀ ਕਿੰਨਾ ਡੂੰਘਾ ਹੈ। ਬਾਹਰ ਕੰਢੇ 'ਤੇ ਬਹਿ ਕੇ ਅੰਦਾਜ਼ੇ ਲਾਈ ਜਾਂਦੇ ਆ। ਅੰਦਾਜ਼ੇ ਨਾ ਲਾਓ, ਵਿੱਚ ਵੜ ਕੇ ਦੇਖ ਲਓ ਕਿੰਨਾ, ਵਿੱਚ ਵੜ ਕੇ ਦੇਖ ਲਓ। ਇਸ ਲਈ ਪ੍ਰਭੂ ਨਿਉਤਾ ਦਿੰਦਾ, ਚੱਖੋ ਅਤੇ ਦੇਖੋ ਮੈਂ ਚੰਗਾ ਆ। ਟੇਸਟ ਕਰਕੇ ਦੇਖ ਲਓ, ਕਹਿੰਦਾ ਟੇਸਟ ਕਰਕੇ ਦੇਖ ਲਓ ਉਹਦਾ। ਔਰ ਅਗਲੀ ਗੱਲ ਇਹ ਆ, ਯੀਸ਼ੂ ਦਾ ਨਾਮ ਲੈ ਕੇ ਆਕਾਸ਼ ਉਤਲਿਆਂ, ਧਰਤੀ ਉਤਲਿਆਂ ਅਤੇ ਧਰਤੀ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ੁਬਾਨ ਪਰਮੇਸ਼ਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯੀਸ਼ੂ ਮਸੀਹ ਪ੍ਰਭੂ ਹੈ। ਆਮੀਨ। ਇਹ ਗੱਲ ਤਾਂ ਭਾਈ ਮੰਨਣੀ ਪੈਣੀ ਸਭ ਨੂੰ। ਇੱਕ ਦਿਨ ਸਭ ਨੂੰ ਮੰਨਣੀ ਪੈਣੀ। ਇੱਕ ਦਿਨ ਸਭ ਨੂੰ ਮੰਨਣੀ ਪੈਣੀ ਆ। ਜਿਹੜੇ ਉਹ ਦਿਨ ਆਉਣ ਤੋਂ ਪਹਿਲਾਂ ਮੰਨ ਲੈਣਗੇ ਉਹ ਬਚਾਏ ਜਾਣਗੇ। ਇੱਕ ਦਿਨ ਜਦੋਂ ਪ੍ਰਭੂ ਦੇ ਨਿਆਂ ਦੇ ਸਿੰਘਾਸਨ ਦੇ ਅੱਗੇ ਖੜੇ ਹੋਣਾ, ਨਿਆਂ ਦੇ ਸਿੰਘਾਸਨ 'ਤੇ ਪ੍ਰਭੂ ਹੀ ਖੜਾ ਹੋਣਾ, ਪ੍ਰਭੂ ਹੀ ਬਿਰਾਜਮਾਨ ਹੋਣਾ। ਫਿਰ ਸਾਰਿਆਂ ਨੇ ਪਹਿਚਾਣ ਲੈਣਾ ਉਹਨੂੰ, ਬੇ ਤਾਂ ਉਹੀ ਹੈ ਜਿਹਦਾ ਅਸੀਂ ਪ੍ਰਚਾਰ ਸੁਣਿਆ, ਜਿਹਦਾ ਅਸੀਂ ਰੌਲਾ ਸੁਣਦੇ ਸੀ, ਜਿਹਦੇ ਬਾਰੇ ਲੋਕ ਸਾਨੂੰ ਸਮਝਾਉਂਦੇ ਸੀ। ਕਈਆਂ ਜਿਹਨੇ ਦੇਖਿਆ ਸੀ ਕਹਿੰਦੇ, ਜਿਹਨੇ ਕਹਿਣਗੇ ਅਸੀਂ, ਜਿਹਨਾਂ ਇਹਨਾਂ ਨੂੰ ਕਹਿਣਗੇ ਅਸੀਂ ਇਹਨੂੰ ਦੇਖਿਆ ਸੀਗਾ। ਇਹ ਤਾਂ ਉਹੀ ਆ, ਉਹੀ ਇਸ਼ੂ ਆ। ਕਿਉਂਕਿ ਕਹਿੰਦਾ ਜਿਹਨੇ ਮੈਨੂੰ ਬਿੰਨਿਆ ਸੀ ਉਹ ਵੀ ਦੇਖਣਗੇ। ਸਾਰਿਆਂ ਨੇ ਦੇਖਣਾ। ਜਦੋਂ ਸਾਰਿਆਂ ਨੇ ਦੇਖਣਾ, ਰਿਜ਼ਲਟ ਕੀ ਨਿਕਲਣਾ? ਸਾਰਿਆਂ ਦੇ ਘੁਟਨੇ ਝੁਕਣੇ ਆ। ਘੁਟਨੇ ਜਿਹੜੇ ਆ ਨਾ, ਸ਼ੈਤਾਨ ਦੇ ਵੀ ਝੁਕਣੇ ਆ। ਉਹਨੇ ਵੀ ਕਹਿਣਾ ਯੀਸ਼ੂ ਹੀ ਪ੍ਰਭੂ ਆ, ਪਰ ਉਹਨੂੰ ਉੱਥੇ ਤੋਬਾ ਕਰਨ ਦੇ ਲਈ ਕੋਈ ਸਮਾਂ ਨਹੀਂ ਹੋਣਾ। ਸਜ਼ਾ ਮਿਲਣੀ। ਔਰ ਮਨੁੱਖਾਂ ਨੂੰ ਵੀ, ਮਨੁੱਖਾਂ ਦੀਆਂ ਆਤਮਾਵਾਂ ਨੂੰ ਵੀ ਉੱਥੇ ਸਮਾਂ ਮਿਲਣਾ ਹੈ। ਉਹਨਾਂ ਨੇ ਹੀ ਮੰਨਣਾ ਹੈ ਕਿ ਯੀਸ਼ੂ ਹੀ ਪ੍ਰਭੂ ਆ, ਪਰ ਤੋਬਾ ਦਾ ਟਾਈਮ ਨਹੀਂ ਉੱਥੇ ਹੋਊਗਾ। ਉੱਥੇ ਮੁਕਤੀ ਦਾ ਟਾਈਮ ਨਹੀਂ ਹੋਊਗਾ। ਮੁਕਤੀ ਦਾ ਟਾਈਮ ਜ਼ਮੀਨ 'ਤੇ ਸਰੀਰ 'ਚ ਰਹਿੰਦੇ ਹੋਏ ਆ। ਜਿੱਦਾਂ ਲਿਖਿਆ, ਸਲੀਬ ਦੀ ਮੌਤ ਤੱਕ ਯੀਸ਼ੂ ਨੇ ਆਗਿਆਕਾਰੀ ਕੀਤੀ। ਸਾਨੂੰ ਇਸ ਸਰੀਰ ਦੇ ਤਿਆਗਣ ਤੱਕ ਆਗਿਆਕਾਰੀ ਕਰਨੀ ਪੈਣੀ ਆ। ਫਿਰ ਅਸੀਂ ਪ੍ਰਭੂ ਦੇ ਪਰਮ ਧਾਮ ਵਿੱਚ ਉਹਦੇ ਨਾਲ ਸਦਾ ਲਈ ਨਿਵਾਸ ਕਰਾਂਗੇ। ਨਹੀਂ ਤਾਂ ਮੰਨਣਾ ਤਾਂ ਭਾਈ ਇੱਕ ਦਿਨ ਹੈ ਹੀ ਆ, ਪਰ ਉਹ ਮੰਨਣ ਦਾ ਫਾਇਦਾ ਨਹੀਂ ਹੋਣਾ। ਜੇ ਇੱਥੇ ਮੰਨ ਗਏ ਤਾਂ ਫਾਇਦਾ ਹੋਊ, ਜੇ ਉੱਥੇ ਮੰਨੇ ਉਹਦਾ ਫਾਇਦਾ ਨਹੀਂ ਹੋਣਾ। ਇਸ ਲਈ ਬੇਨਤੀ ਆ, ਇੱਥੇ ਮੰਨ ਜਾਓ। ਜਿਹਨਾਂ ਨੇ ਅਜੇ ਤੱਕ ਨਹੀਂ ਮੰਨਿਆ ਯੀਸ਼ੂ ਨੂੰ ਮੁਕਤੀ ਦਾਤਾ, ਨਹੀਂ ਮੰਨਿਆ ਯੀਸ਼ੂ ਨੂੰ ਮਸੀਹ ਔਰ ਪ੍ਰਭੂ, ਉਹ ਅੱਜ ਹੀ ਮੰਨ ਲਓ। ਜਦੋਂ ਮੰਨ ਲਓਗੇ, ਤੁਹਾਡਾ ਪਰਮੇਸ਼ਵਰ ਤੁਹਾਡਾ ਪ੍ਰਭੂ ਬਣ ਕੇ ਤੁਹਾਨੂੰ ਸੰਭਾਲੇਗਾ, ਤੁਹਾਡਾ ਮਾਲਿਕ ਬਣ ਕੇ ਸੰਭਾਲੇਗਾ। ਜ਼ਿੰਦਗੀ ਮਿੱਟੀ ਦੀ ਹੈ, ਸਰੀਰ ਮਿੱਟੀ ਦਾ ਹੀ ਹੈ। ਇਹ ਟੁੱਟ ਜਾਣਾ। ਅੱਜ ਟੁੱਟਿਆ ਜਾਂ ਕੱਲ੍ਹ ਟੁੱਟਿਆ, ਪਰ ਇਹ ਗੱਲ ਆ, ਪ੍ਰਭੂ ਸਦਾ ਲਈ ਆ। ਪ੍ਰਭੂ ਸਦਾ ਲਈ ਆ। ਸੰਭਾਲਣ ਵਾਲਾ, ਬਚਾਉਣ ਵਾਲਾ ਸਦਾ ਲਈ ਆ। ਸੋ ਇਸ ਵਚਨ ਦੇ ਅਨੁਸਾਰ ਯੀਸ਼ੂ ਤੋਂ ਸਿੱਖੋ। ਜਦੋਂ ਯੀਸ਼ੂ ਤੋਂ ਸਿੱਖੋਗੇ, ਯੀਸ਼ੂ ਤੁਹਾਨੂੰ ਸਿਖਾਉਂਦਾ ਸਿੱਧ ਬਣਾ ਲਊਗਾ, ਆਪਣੇ ਵਰਗੇ ਬਣਾ ਲਊਗਾ। ਆਓ ਦੁਆ ਕਰੀਏ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਤੇਰੇ ਵੱਡੇ ਪਿਆਰ ਲਈ ਧੰਨਵਾਦ। 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 ਹਾਂ ਪ੍ਰਭੂ ਯੀਸ਼ੂ ਤੇਰੇ ਵੱਡੇ ਪਿਆਰ ਲਈ ਧੰਨਵਾਦ। ਹਾਂ ਪ੍ਰਭੂ ਯੀਸ਼ੂ ਤੇਰੇ ਵੱਡੇ ਪਿਆਰ ਲਈ ਧੰਨਵਾਦ। ਹਾਂ ਪ੍ਰਭੂ ਯੀਸ਼ੂ ਤੇਰੇ ਵੱਡੇ ਪਿਆਰ ਲਈ ਧੰਨਵਾਦ। ਤੂੰ ਤਾਂ ਆਪਣੇ ਸਾਰੇ ਪਿਆਰ ਨਾਲ ਪਿਆਰ ਕੀਤਾ, ਪਰ ਨੁਕਸ ਸਾਡੇ 'ਚ ਬਹੁਤ ਸਾਰੇ ਹੈਗੇ, ਰਹਿ ਗਏ। ਪ੍ਰਭੂ क्षमा करी। सब नुक्सा च निकल जान प्रभु, सब नुक्सा जाते लगन प्रभु। जो भ्रांतियां जांदियां रहन, वहम चले जान, दो चित्तापन चला जाए, सिक्ख्या दी गड़बड़ियां चलियां जान। जिन्हें अजे तक तेथों नहीं सीखा प्रभु, तेरे नाल साक्षात्कार लैन प्रभु, तेरे नाल साक्षात्कार सब दा हो जाए प्रभु जी, तेरे नाल भेंट हो जाए प्रभु जी, तेरे नाल मिलन हो जाए प्रभु जी, तेरे नाल नाल चलन प्रभु। सिखा प्रभु, सबनों सिखा, सब सीखते जान, बढ़ते जान, मुबारक जीवन जीन। जमीन की हर चीज़, आसमान की हर बरकत होवे, 100% जलाल कुदरत सदा ली होवे, और ग्रेट एनवाइंटिंग सदा ली होवे, पूर्ण मसा जलाल कुदरत बनया रहे प्रभु।
सब तेरी डील ते उतर जान, तेरे वर्गे बन जान, तेरी महिमा च लौलीन हो जान। और जिन्हें इस माध्यम द्वारा जुड़े सब आशीषित हों, सब आशीषित हों, दूर नेड़े देश परदेश सब जगह आशीष हो, और सब जगह तेरे बच्चे आशीषित होकर आगे बढ़न और जयवंत बन के आगे बढ़न। किरपा होवे, किरपा होवे, किरपा होवे, किरपा होवे, किरपा होवे, किरपा हो, किरपा हो। ये सारियां दुआ बेनतियां प्रभु यीशु नासरी दे पवित्र नाम च अधीन होके धन्नवाद सहित मंगते हैं। आमीन, 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 आमीन। जय मसीह दी आप सब नूं खुदावंद दा जलाल सदा तुहाडे नाल बनिया रहे। जय मसीह, थैंक यू।